ਸੋ ਜਿਹੜੀ ਵੀ ਨਵੀਂ ਵਿਆਹੀ ਔਰਤ ਹੁੰਦੀ ਸੀ ਉਸ ਨੂੰ ਆਰਸੀ ਪਹਿਨਾਈ ਜਾਂਦੀ ਸੀ ਕਿ ਜਿੱਥੇ ਵੀ ਭਾਈ ਤੇ ਲੋੜ ਪਵੇ ਕੰਘਾ ਕੱਢੋ, ਆਪਣੇ ਵਾਲ ਠੀਕ ਕਰ ਲਓ। ਸਾਡੇ ਸਕੂਲ 'ਚ ਇਸ ਤਰ੍ਹਾਂ ਸ਼ੁਰੂ 'ਚ ਮੈਂ ਪ੍ਰਿੰਸੀਪਲ ਨੂੰ ਕਿਹਾ, ਮੈਡਮ ਸੀ, ਮੈਂ ਮੈਡਮ ਜੀ ਗੱਲ ਬਹੁਤ ਪੁਰਾਣੀ ਗੱਲ ਹੈ ਵੀ ਬੀਬੀਆਂ ਦੇ ਕਮਰੇ ਦੇ ਵਿੱਚ ਕੋਈ ਸ਼ੀਸ਼ਾ ਨਹੀਂ ਹੈਗਾ, ਡਰੈਸਿੰਗ ਟੇਬਲ ਨਹੀਂ ਹੈਗਾ। ਉਹ ਵਿਚਾਰੇ ਦੇ ਸਾਰਾ ਦਿਨ ਕਦੇ ਕਿਸੇ ਦੇ ਸਿਰ 'ਚ ਉਹ ਚਾਕ ਦੀ ਮਿੱਟੀ ਪੈ ਗਈ। ਚਾਕ ਕਈ ਵਾਰੀ ਕੀ ਹੁੰਦਾ ਹੈ, ਚਾਕ ਨਾਲ ਅਸੀਂ ਲਿਖ ਰਹੇ ਹਾਂ, ਹਵਾ ਚੱਲ ਰਹੀ, ਉੱਤੇ ਪੱਖਾ ਚੱਲ ਰਿਹਾ, ਉਹ ਡੁੱਡ ਕੇ ਮੂੰਹ 'ਤੇ ਪਈ ਜਾਂਦਾ ਆਪਣੇ ਹੀ। ਟੀਚਰ ਦਾ ਕਈ ਵਾਰੀ ਮੂੰਹ ਚਿੱਟਾ ਹੋ ਜਾਂਦਾ ਚਾਕ ਨਾਲ ਡੁੱਡ ਕੇ। ਮੈਂ ਜਿਹਨਾਂ ਦੇ ਵਾਲ ਖਿੰਡ ਜਾਂਦੇ ਨੇ, ਅੱਛਾ ਨਹੀਂ ਲੱਗਦਾ। ਇਹਨਾਂ ਨੇ ਘਰਾਂ ਨੂੰ ਬਸ ਫੜਨੀ ਹੁੰਦੀ ਹੈ ਵੀ ਇੱਕ ਡਰੈਸਿੰਗ ਟੇਬਲ ਚਾਹੀਦਾ। ਹਾਂ ਕਹਿੰਦੇ ਜੈਮਰਸੀ ਵਿਚਾਰ ਤਾਂ ਤੁਹਾਡਾ ਠੀਕ ਹੈ, ਮੈਂ ਚਾਹੇ ਤੁਸੀਂ ਲੈ ਆਓ, ਚਾਹੇ ਕਿਤੇ ਡਿਊਟੀ ਲਾ ਲਓ, ਨਹੀਂ ਤਾਂ ਮੈਂ ਤਾਂ ਫਿਰ ਬਿਲਡਿੰਗ ਦਾ ਇੰਚਾਰਜ ਹਾਂ ਹੀ ਹਾਂ, ਜਾਂ ਮੈਨੂੰ ਕਹਦੇ ਵੀ ਉੱਥੇ ਲੈ ਆਵਾਂਗੇ ਆਪਾਂ ਬਾਜ਼ਾਰੋਂ, ਬਿੱਲ ਤਾਂ ਤੁਸੀਂ ਪਾਸ ਕਰਨਾ। ਤਾਂ ਉਹ ਲਿਆਂਦਾ, 2-3 ਕੰਘੀਆਂ ਲਿਆ ਕੇ ਰੱਖੀ ਵੀ ਤਾਂ ਜੋ ਭਾਈ ਤੁਸੀਂ ਆਪਣਾ ਜਿਹੜਾ ਹੈ ਜਾਣ ਵੇਲੇ ਘੱਟ ਤੋਂ ਘੱਟ ਉਹ ਵਾਲ ਖਿੰਡੇ ਨਾ ਹੋਣ, ਚੰਗੇ ਨਹੀਂ ਲੱਗਦੇ। ਬੱਸ 'ਚ ਆਪਾਂ ਨੇ ਬੈਠਾ, ਸਾਫ ਸੁਥਰਾ ਚਿਹਰਾ ਹੋਵੇ। ਸੋ ਤਾਂ ਮੈਨੂੰ ਯਾਦ ਆਇਆ ਵੀ ਆਰਸੀਆਂ ਹੀ ਕੋਈ ਨਹੀਂ ਹੋਣਗੀਆਂ। ਕਹਾਂ ਸੋ ਆਰਸੀਆਂ ਮੂੰਹ ਬੰਕੇ ਬੰਕੇ ਹੁੰਦਾ ਸੁੰਦਰ, ਉਹ ਆਰਸੀਆਂ ਉਹ ਸੁੰਦਰ ਮੂੰਹ ਇੱਥੇ ਦਿਸੈ ਨਹੀਂ। ਹੁਣ ਕਹਿੰਦੇ ਦਿਸਦੇ ਨਹੀਂ ਹੈਗੇ, ਕਿਉਂ? ਦੁਸ਼ਮਣਾਂ ਨੇ ਬੁਰਾ ਹਾਲ ਕਰਤਾ ਹੈ। ਫਿਰ ਗੁਰੂ ਮਹਾਰਾਜ ਕਹਿੰਦੇ ਇਹ ਜਗ ਤੇਰਾ ਤੂੰ ਗੁਸਾਈ। ਗੋ ਹੁੰਦਾ ਸ੍ਰਿਸ਼ਟੀ, ਸਾਈਂ ਹੁੰਦਾ ਮਾਲਕ। ਸ੍ਰਿਸ਼ਟੀ ਦਾ ਮਾਲਕ ਉਹਨੂੰ ਕੀ ਕਹਿੰਦੇ ਨੇ? ਗੋਸਾਈਂ। ਗਊਆਂ ਨੂੰ ਵੀ ਕਹਿੰਦੇ ਨੇ ਗੋਸਵਾਮੀ। ਤੁਲਸੀਦਾਸ, ਉਹਨਾਂ ਨੇ ਬਹੁਤ ਪੁਰਾਣੇ ਜ਼ਮਾਨੇ 'ਚ ਮੱਝਾਂ ਬਹੁਤ ਘੱਟ ਰੱਖਦੇ ਸਨ, ਗਊਆਂ ਰੱਖਦੇ ਹੁੰਦੇ ਸਨ। ਗੋਸਵਾਮੀ ਗਊਆਂ ਦਾ ਮਾਲਕ। ਤੇ ਇੱਥੇ ਹੈ ਸ੍ਰਿਸ਼ਟੀ ਦਾ ਮਾਲਕ। ਹੇ ਗੁਸਾਈ, ਹੇ ਪਰਮਾਤਮਾ, ਹੇ ਸ੍ਰਿਸ਼ਟੀ ਦੇ ਮਾਲਕ, ਇਹ ਜਗ ਤੇ ਤੇਰਾ ਹੈ, ਤੂੰ ਹੀ ਬਣਾਇਆ। ਪਰਮਾਤਮਾ ਨੇ ਰਚਨਾ ਰਚੀ ਹੈ। ਏਕ ਘੜੀ ਮੈਂ ਥਾਪ ਉਥਾਪੇ ਜ਼ਰ, ਇਹਨੂੰ ਜ਼ਰ ਪੜ੍ਹਨਾ, ਜੱਜੇ ਦੇ ਪੈਰ ਬਿੰਦੀ ਲਾ ਕੇ। ਜ਼ਰ ਹੁੰਦਾ ਬੁਢਾਪਾ, ਜ਼ਰ ਫਾਰਸੀ ਦਾ ਸ਼ਬਦ ਹੈ ਧਨ ਦੌਲਤ। ਜ਼ਰ ਵੰਡ ਦੇਵੈ ਭਾਈ, ਏਕ ਘੜੀ ਮੈਂ ਥਾਪ ਉਥਾਪੇ। ਪਰਮਾਤਮਾ ਇੱਕ ਘੜੀ ਦੇ ਵਿੱਚ ਸ੍ਰਿਸ਼ਟੀ ਬਣਾ ਵੀ ਸਕਦਾ ਹੈ, ਸ੍ਰਿਸ਼ਟੀ ਦਾ ਨਾਸ ਵੀ ਕਰ ਸਕਦਾ ਹੈ। ਚਾਹੇ ਤਾਂ ਧਨ ਦੌਲਤ ਭਰਾਵਾਂ ਦੇ ਵਿੱਚ ਵੰਡ ਦਿੰਦਾ ਹੈ ਤਾਂ ਜੋ ਇਹਨਾਂ 'ਚ ਫੁੱਟ ਪੈ ਜਾਏ। ਜਦੋਂ ਵੰਡ ਵੰਡਾਈ ਉਦੋਂ ਹੀ ਹੁੰਦੀ ਹੈ ਜਦੋਂ ਫੁੱਟ ਹੋਵੇ। ਹਾਲਾ ਕਹਿੰਦੇ ਮੇਰਾ ਤਾਂ ਹਿੱਸਾ ਮੈਨੂੰ ਦਿਆ ਨਹੀਂ, ਮੈਂ ਨਹੀਂ ਤੁਹਾਡੇ ਨਾਲ ਰਹਿੰਦਾ। ਪਰਮਾਤਮਾ ਦੀ ਮਰਜ਼ੀ ਹੈ, ਇੱਕ ਘੜੀ ਦੇ ਵਿੱਚੋਂ ਬਣਾ ਸਕਦਾ ਹੈ, ਇੱਕ ਘੜੀ ਸਭ ਕੁਝ ਬਰਬਾਦ ਕਰ ਸਕਦਾ ਹੈ। ਭਰਾਵਾਂ ਦੇ ਵਿੱਚ ਧਨ ਦੌਲਤ ਵੰਡ ਸਕਦਾ ਹੈ। ਰਹਾਓ ਕਹਾਂ ਸੋ ਘਰ ਦਰ ਮੰਡਪ ਮਹਿਲਾ, ਇਹਨੂੰ ਮਹਿਲਾ ਨਹੀਂ ਪੜ੍ਹਨਾ, ਮਹਿਲਾ ਮਹਿਲ ਹੈ, ਬਹੁਵਚਨ ਉਹਦਾ। ਕਹਾਂ ਸੋ ਬੰਕ ਸਰਾਈ, ਸਰਾਈ ਈੜੀ ਨੂੰ ਬਿਹਾਰੀ ਬਿੰਦੀ ਲਾ ਕੇ ਬੋਲਣਾ ਸਰਾਵਾਂ। ਬੰਕ ਮੈਨੇ ਸੁੰਦਰ, ਮਹਿਲਾ ਮੈਨੇ ਮਹਿਲ। ਮੰਡਪ ਹੁੰਦਾ ਸ਼ਾਮਿਆਨੇ, ਆਪਾਂ ਵਿਆਹ ਸ਼ਾਦੀ ਕਰ ਬੜਾ ਵੱਡਾ ਸ਼ਾਮਿਆਨਾ ਲਾਉਂਦੇ ਹਾਂ, ਉਹ ਮੰਡਪ ਹੁੰਦਾ। ਕਿੱਥੇ ਉਹ ਘਰ ਗਏ, ਕਿੱਥੇ ਉਹ ਸ਼ਾਮਿਆਨੇ ਗਏ, ਕਿੱਥੇ ਉਹ ਮਹਿਲ ਗਏ, ਕਿੱਥੇ ਸੁੰਦਰ ਸਰਾਵਾਂ ਗਈਆਂ, ਸਭ ਢਹਿ ਢੇਰੀ ਕਰਤੇ। ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ। ਸੁਖਾਲੀ ਸੁਖ ਦੇਣ ਵਾਲੀ, ਸੁਖਾਲੀ ਸੁਖ ਦੇਣ ਵਾਲੀ। ਉਹ ਸੇਜ, ਉਹ ਬੈੱਡ ਜਿਸ 'ਤੇ ਲੇਟ ਕੇ ਬੜਾ ਸੁੱਖ ਆਨੰਦ ਮਿਲਦਾ ਸੀ। ਕਹਿੰਦੇ ਕਿੱਥੇ ਗਏ?
ਉਹ ਸੇਜਾਂ, ਸੁਖ ਦੇਣ ਵਾਲੀਆਂ ਸੇਜਾਂ ਕਿੱਥੇ ਗਈਆਂ? ਕਹਾਂ ਸੁਸੇਜ ਸੁਖਾਲੀ ਕਾਮਣ, ਕਾਮਣ ਦੀ ਇਸਤਰੀ। ਉਹ ਇਸਤਰੀਆਂ, ਉਹ ਸੁਖ ਦੇਣ ਵਾਲੀਆਂ ਸੇਜਾਂ ਪਤਾ ਨਹੀਂ ਕਿੱਥੇ ਗਈਆਂ। ਉਹ ਕਾਮਣ ਕਿੱਥੇ ਗਈ ਜਿਸ ਵੇਖ ਨੀਂਦ ਨਾ ਪਾਈ, ਜਿਹੜੀ ਇੰਨੀ ਸੁੰਦਰ ਸੀ ਕਿ ਨੀਂਦ ਹੀ ਨਹੀਂ ਸੀ ਆ। ਜੀ ਕਹਦਾ ਵੇਖੀ ਜਾਈਏ, ਵੇਖੀ ਜਾਈਏ। ਜਿਹਨੂੰ ਵੇਖ ਕੇ ਨੀਂਦ ਹੀ ਨਹੀਂ ਸੀ ਆਉਂਦੀ, ਜੀ ਕਰਦਾ ਸੀ ਵੇਖੀ ਜਾਈਏ, ਵੇਖੀ ਜਾਈਏ। ਕਹਿੰਦੇ ਉਹ ਔਰਤਾਂ, ਉਹ ਸੁਖਦਾਇਕ ਸੇਜਾਂ ਪਤਾ ਨਹੀਂ ਕਿੱਥੇ ਗਈਆਂ। ਕਹਾਂ ਸੋ ਪਾਣ ਤੰਬੋਲੀ ਹਰਮਾ, ਤੰਬੋਲੀ ਲੱਲੇ ਨੂੰ ਵੈਰੀ ਬਿੰਦੀ ਲਾ ਕੇ ਬੋਲਣਾ। ਕਹਾਂ ਸੋ ਪਾਣ ਤੰਬੋਲੀ ਹਰਮਾ, ਹੋਈਆਂ ਛਾਈ ਮਾਈ, ਛਾਈ ਮਾਈ ਬੋਲਣਾ ਸੀ। ਛਾਈ ਮਾਈ ਹੁੰਦਾ ਅਲੋਪ ਹੋ ਜਾਣਾ। ਅਜੇ ਇੱਥੇ ਖੜਾ ਸੀ, ਹੁਣ ਹੀ ਛਾਈ ਮਾਈ ਹੋ ਗਿਆ, ਅਲੋਪ ਹੋ ਗਿਆ। ਪਾਣ ਤੰਬੋਲੀ, ਪਾਣ ਦੇਣ ਵਾਲੀਆਂ, ਕਿਉਂਕਿ ਅਮੀਰ ਆਪ ਹੱਥਾਂ ਨਾਲ ਕੁਛ ਨਹੀਂ ਕਰਦੇ। ਸਾਡਾ ਇੱਕ ਰਿਸ਼ਤੇਦਾਰ ਮਹਾਰਾਜਾ ਯਾਦਵਿੰਦਰ ਸਿੰਘ, ਇਸ ਹੁਣ ਦੇ ਰਾਜੇ ਦਾ, ਕੈਪਟਨ ਅਮਰਿੰਦਰ ਸਿੰਘ ਦਾ ਫਾਦਰ, ਉਦੋਂ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲੇ ਦਾ ਰਾਜਾ, ਉਹਦੇ ਉਹ ਦਾਏ ਸਨ, ਬੱਚਿਆਂ ਨੂੰ ਖਿਡਾਉਂਦੇ ਸਨ। ਕਹਿੰਦੇ ਮਹਾਰਾਜਾ ਯਾਦਵਿੰਦਰ ਸਿੰਘ ਜਦੋਂ ਪੱਗ ਬੰਨ੍ਹਣੀ ਹੁੰਦੀ ਸੀ ਨਾ, ਕਹਿੰਦੇ ਇੱਕ ਤੇ ਖੜਾ ਹੁੰਦਾ ਸੀ ਸ਼ੀਸ਼ਾ ਲੈ ਕੇ, ਦੂਜਾ ਬੰਦਾ ਖੜਾ ਹੁੰਦਾ ਸੀ ਬਾਜ ਲੈ ਕੇ, ਤੀਜਾ ਖੜਾ ਹੁੰਦਾ ਸੀ ਧਾਗਾ ਲੈ ਕੇ ਜਿਹਨੇ ਦਾੜੀ ਬੰਨ੍ਹਣੀ ਹੈ, ਚੌਥਾ ਕਦੇ ਬਰਸ਼ ਲੈ ਕੇ ਖੜਾ ਹੁੰਦਾ ਸੀ, ਪੰਜਵਾਂ ਫਿਕਸ ਉਹ ਲੈ ਕੇ ਖੜਾ ਹੁੰਦਾ ਸੀ, ਅਤੇ ਫਿਰ ਛੇਵਾਂ ਰਾਜਾ ਪੱਗ ਬੰਨ੍ਹਿਆ ਕਰਦਾ। ਇਹਨੂੰ ਕਹਿੰਦੇ ਸ਼ਾਹੀ ਠਾਠ ਹੈ ਜੀ। ਆਪਾਂ ਇਕੱਲੇ ਬੰਨ ਲੈਣੇ ਕਿ ਨਹੀਂ, ਆਪੇ ਸ਼ੀਸ਼ਾ ਚੱਕ ਕੇ ਰੱਖ ਲਿਆ, ਆਪੇ ਸਭ ਕੁਛ ਰੱਖ ਲਿਆ। ਕਹਿੰਦੇ ਸੀ 5 ਬੰਦੇ ਇਸੇ ਕੰਮ ਲਈ ਹੁੰਦੇ ਸੀ। ਸੋ ਕਹਿੰਦੇ ਉਹ ਪਾਣ ਤੰਬੋਲੀ, ਪਾਣ ਦੇਣ ਵਾਲੀਆਂ, ਪਾਣ ਵਰਤਾਉਣ ਵਾਲੀਆਂ। ਮੁਸਲਮਾਨਾਂ ਦੇ ਵੀ ਰੋਟੀ ਖਾਣ ਤੋਂ ਬਾਅਦ ਪਾਣ ਖਾਣ ਦਾ ਰਿਵਾਜ਼ ਸੀ, ਵੀ ਰੋਟੀ ਹਜ਼ਮ ਹੁੰਦੀ ਆ ਉਹਨਾਂ ਦੇ ਅਨੁਸਾਰ। ਫਿਰ ਇਹ ਪਾਣ ਖਾਣ ਨੂੰ ਆਦਤ ਵੀ ਪੈ ਜਾਂਦੀ, ਕਿਉਂਕਿ ਇਹ 'ਚ ਕੱਥਾ ਕੁੱਥਾ ਪਾ ਕੇ ਉਹਨੂੰ ਥੋੜ੍ਹਾ ਨਸ਼ੀਲਾ ਕਰ ਦਿੰਦੇ ਹਨ, ਵੀ ਨਸ਼ਾ ਆਵੇ। ਉਹ ਕਹਿੰਦੇ ਪਾਣ ਵਰਤਾਉਣ ਵਾਲੀਆਂ ਹਰਮਾਂ ਹੁੰਦੀਆਂ ਔਰਤਾਂ ਲਈ, ਜਿਹੜੀ ਜਗ੍ਹਾ ਦੇ ਰਹਿਣ ਨੂੰ, ਜਿੱਥੇ ਬੰਦੇ ਨਹੀਂ ਜਾ ਸਕਦੇ ਉਹਨੂੰ ਹਰਮ ਕਹਿੰਦੇ ਨੇ। ਜਿੱਥੇ ਔਰਤਾਂ ਹੀ ਔਰਤਾਂ ਰਹਿੰਦੀਆਂ ਨੇ, ਆਮ ਬੰਦਾ ਉਸ ਪਾਸੇ ਨਹੀਂ ਜਾ ਸਕਦਾ, ਉਹਨੂੰ ਕਹਿੰਦੇ ਨੇ ਹਰਮ। ਕਹਿੰਦੇ ਉਹ ਪਾਣ ਵਰਤਾਉਣ ਵਾਲੀਆਂ, ਉਹ ਹਰਮ ਹੋਈਆਂ ਛਾਈ ਮਾਈ, ਅਲੋਪ ਹੋ ਗਏ, ਖਤਮ ਹੋ ਗਏ। ਬਸ ਲੜਾਈ ਦੇ ਵਿੱਚ ਸਭ ਮਾਰੇ ਮੂਰੇ ਕੇ ਬਰਬਾਦੀ ਹੋ ਗਈ ਹੈ। ਇਸ ਜ਼ਰ ਪੜ੍ਹਨਾ ਸੁਣੋ, ਜੱਜੇ ਦੇ ਪੈਰ ਬਿੰਦੀ ਲਾ ਕੇ। ਜ਼ਰ ਫਾਰਸੀ ਦਾ ਸ਼ਬਦ ਹੈ ਦੌਲਤ, ਧਨ ਦੌਲਤ। ਇਸ ਜ਼ਰ ਕਾਰਨ ਘਣੀ ਵਿਗੁਤੀ, ਘਣੀ ਮੈਨੇ ਬਹੁਤ ਜ਼ਿਆਦਾ, ਵਿਗੁਤੀ ਹੁੰਦਾ ਖੁਆਰ ਹੋਣਾ। ਇਨ ਜ਼ਰ ਘਣੀ ਖੁਆਈ, ਖੁਆਈ ਹੁੰਦਾ ਜਿਹੜਾ ਹੈ ਭਟਕਾ ਦੇਣਾ ਆਪਣੇ ਰਾਹ ਤੋਂ ਕਿਸੇ ਨੂੰ। ਇਹ ਜਿਹੜਾ ਧਨ ਦੌਲਤ ਹੈ, ਜਿੰਨੇ ਅਮੀਰ ਸਨ, ਮੈਂ ਕੱਲ੍ਹ ਵੀ ਕਿਹਾ ਸੀ, ਜਦੋਂ ਕਿਸੇ ਇਲਾਕੇ 'ਚ ਹੱਲਾ ਗੁੱਲਾ ਹੁੰਦਾ ਹੈ, ਜਿਹੜੇ ਗੁੰਡੇ ਲੋਕ ਹਨ ਉਹ 2 ਪ੍ਰਕਾਰ ਦੇ ਲੋਕਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ। ਇੱਕ ਅਮੀਰਾਂ ਨੂੰ, ਇੱਕ ਸੁੰਦਰ ਔਰਤਾਂ ਨੂੰ। ਬਦਫੈਲੀਆਂ ਕਰਦੇ ਨੇ, ਚੱਕ ਕੇ ਲੈ ਜਾਂਦੇ ਨੇ, ਬਲਾਤਕਾਰ ਕਰਦੇ ਨੇ, ਅਮੀਰਾਂ ਨੂੰ ਲੁੱਟਦੇ ਨੇ, ਮਾਰਦੇ ਨੇ। ਇਸ ਜ਼ਰ ਕਾਰਨ ਘਣੀ ਵਿਗੁਤੀ, ਇਸ ਧਨ ਦੌਲਤ ਨੇ ਬਹੁਤਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ, ਵਿਗੁਤੀ ਖੁਆਰ ਕੀਤਾ। ਇਨ ਜ਼ਰ ਘਣੀ ਖੁਆਈ, ਅਤੇ ਇਸ ਧਨ ਦੌਲਤ ਨੇ ਬਹੁਤ ਨੂੰ ਜਿਹੜਾ ਹੈ ਉਹ ਪੁੱਠੇ ਰਾਹ ਪਾਤਾ ਹੈ। ਮਾਇਆ ਦੀ ਖਾਤਰ ਬੰਦਾ ਕੀ ਕਰਦਾ ਹੈ, ਕਿਉਂ ਜਦੋਂ ਮਾਇਆ ਨਾਲ ਮੋਹ ਹੋ ਜਾਏ, ਫਿਰ ਮਾਇਆ ਬੰਦੇ ਤੋਂ ਪਤਾ ਨਹੀਂ ਕੀ ਕੁਕਰਮ ਕਰਾਉਂਦੀ ਹੈ। ਫਿਰ ਗੁਰੂ ਮਹਾਰਾਜ ਕਹਿੰਦੇ ਇਹ ਜਿਹੜੀ ਮਾਇਆ ਨਾ,
ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆਂ ਸਾਥ ਨ ਜਾਈ। ਪਾਪ ਕਰਮਾਂ ਤੋਂ ਬਿਨਾਂ ਬਹੁਤੀ ਮਾਇਆ ਇਕੱਠੀ ਨਹੀਂ ਹੁੰਦੀ। ਬਹੁਤੀ ਮਾਇਆ ਇਕੱਠੀ ਕਰਨੀ ਹੈ ਸਾਨੂੰ ਠੱਗੀਆਂ ਠੋਰੀਆਂ, ਹੇਰਾ ਫੇਰੀਆਂ, ਰਿਸ਼ਵਤ ਖੋਰੀਆਂ, ਮਿਲਾਵਟਾਂ, ਧੋਖਾ ਧੜੀ, ਲੁੱਟਾਂ ਖੋਹਾਂ ਕਰਨੀਆਂ ਪੈਣਗੀਆਂ। ਪਾਪਾਂ ਬਾਝੋਂ ਹੋਵੇ ਨਹੀਂ, ਪਾਪਾਂ ਤੋਂ ਬਿਨਾਂ ਇਹ ਮਾਇਆ ਇਕੱਠੀ ਨਹੀਂ ਹੁੰਦੀ। ਮੋਇਆਂ ਸਾਥ ਨਾ ਜਾਈ, ਅਤੇ ਜਦੋਂ ਬੰਦਾ ਮਰ ਜਾਂਦਾ ਨਾਲ ਵੀ ਨਹੀਂ ਜਾਂਦੀ। ਤਾਂ ਹੀ ਜਦੋਂ ਕੋਈ ਆਪਣਾ ਸਤਸੰਗੀ ਘਰ ਬਣਾਉਣ ਲੱਗਦਾ ਹੈ, ਮੈਂ ਉਹਦੇ ਘਰ ਜਾਂਦਾ ਕਈ ਵਾਰੀ, ਜਾਂ ਉਹਨੂੰ ਕਹਿਣਾ ਮੈਂ ਮੇਰੀ ਗੱਲ ਸੁਣ ਲੈ, ਅਤੇ ਮੰਨੀ ਨਾ ਮੰਨੀ ਤੇਰੀ ਮਰਜ਼ੀ ਹੈ, ਮੇਰੀ ਗੱਲ ਸੁਣ ਲੈ। ਕੀ ਤੂੰ ਆਪਣੇ ਬਾਪ ਦੇ ਘਰ 'ਚ ਰਹਿਣਾ? ਕਹਿੰਦੇ ਨਹੀਂ ਜੀ। ਮੈਂ ਜੇ ਤੂੰ ਆਪਣੇ ਬਾਪ ਦੇ ਘਰ 'ਚ ਨਹੀਂ ਨਾ, ਤੇਰੇ ਬੱਚਿਆਂ ਵੀ ਤੇਰੇ ਘਰ 'ਚ ਨਹੀਂ ਰਹਿਣਾ। ਜੇ ਤੂੰ ਆਪਣੇ ਬਾਪ ਦੇ ਘਰ 'ਚ ਨਹੀਂ ਨਾ ਰਹਿਣਾ, ਤੇ ਤੇਰੇ ਬੱਚਿਆਂ ਨੇ ਵੀ ਤੇਰੇ ਘਰ 'ਚ ਨਹੀਂ ਰਹਿਣਾ। ਚੰਗੀ ਤਰ੍ਹਾਂ ਯਾਦ ਰੱਖੀ ਮੇਰੀ ਗੱਲ। ਇਸ ਲਈ ਇੱਕੋ ਮੰਜ਼ਲਾ ਮਕਾਨ ਬਣਾਉਣਾ, ਡਬਲ ਸਟੋਰੀ ਨਹੀਂ ਬਣਾਉਣੀ। ਹਾਂ, ਕੁਦਰਤੀ ਕਿਸੇ ਬੱਚੇ ਨੂੰ ਜਿਸ ਸ਼ਹਿਰ 'ਚ ਤੁਸੀਂ ਰਹਿੰਦੇ ਹੋ, ਇਲਾਕੇ 'ਚ ਰਹਿੰਦੇ ਹੋ, ਉੱਥੇ ਨੇੜੇ ਹੀ ਕਿਤੇ ਨੌਕਰੀ ਮਿਲ ਗਈ ਹੈ, ਉਹ ਵੀ ਸਰਕਾਰੀ ਮਿਲ ਗਈ ਹੈ, ਤਾਂ ਸੰਭਾਵਨਾ ਹੋ ਸਕਦੀ ਹੈ ਉਹ ਬੱਚਾ ਤੁਹਾਡੇ ਘਰ 'ਚ ਰਹੇ, ਨਹੀਂ ਤਾਂ ਕਿਸੇ ਨਹੀਂ ਰਹਿਣਾ। ਜਦ ਅਸੀਂ ਛੋਟੇ ਹੁੰਦੇ ਸੀ, 5 ਭਰਾ 1 ਭੈਣ, ਇੱਕੋ ਘਰ 'ਚ ਰਹਿੰਦੇ, ਬਾਪੂ ਬੇਬੇ ਵੀ ਸਾਰੇ ਰਹਿੰਦੇ। 3 ਅਸੀਂ ਭਰਾ ਪੰਜਾਬ 'ਚ ਆ ਗਏ, 3 ਘਰ ਨੂੰ ਛੱਡ ਆਏ। ਭੈਣ ਯੂਪੀ ਵਿਆਹੀ ਗਈ, 4 ਛੱਡ। 1 ਭਰਾ ਜਿਹੜਾ ਹੈ ਉਹ ਆਪਣੇ ਸਹੁਰੇ ਪਰਿਵਾਰ ਉੱਧਰ ਚਲੇ ਪਿੰਡ, ਉਹ ਛੱਡ ਗਿਆ। 1 ਰਹਿ ਗਿਆ, ਉਹਨੇ ਕੁਝ ਸਮੇਂ ਬਾਅਦ ਉਹ ਘਰ ਛੱਡ ਕੇ ਖੇਤਾਂ 'ਚ ਘਰ ਪਾ ਲਿਆ, ਉਸ ਘਰ 'ਚ ਕੋਈ ਵੀ ਨਾ ਰਿਹਾ। ਜਦੋਂ ਅਸੀਂ ਆਪਣੇ ਬਾਪ ਦੇ ਘਰ 'ਚ ਨਹੀਂ ਰਹੇ, ਤਾਂ ਤੁਸੀਂ ਕਿਵੇਂ ਉਮੀਦ ਕਰਦੇ ਹੋ ਕਿ ਤੁਹਾਡੇ ਪੁੱਤਰ ਤੁਹਾਡੇ ਘਰ 'ਚ ਰਹਿਣਗੇ? ਇਸ ਲਈ ਸਿੰਗਲ ਸਟੋਰੀ ਬਣਾਉਣੀ ਹੈ, ਚੁਬਾਰੇ ਚਬੂਰੇ ਨਹੀਂ ਬਣਾਉਣੇ। ਹਾਂ, ਜਦੋਂ ਬੱਚੇ ਵੱਡੇ ਹੋਣਗੇ, ਮੰਨ ਲਓ ਕੋਈ ਪੱਕੇ ਤੌਰ 'ਤੇ ਪੰਜਾਬ ਤੁਹਾਡੇ ਨੇੜੇ ਤੇੜੇ ਰਹਿ ਰਿਹਾ ਹੈ, ਫਿਰ ਆਪਣਾ 1 ਸੈੱਟ ਉੱਪਰ ਪਾ ਲਓ, ਤੇ ਕੀ ਲੋੜ ਹੈ। ਪਰ ਕੋਈ ਵਿਰਲਾ ਟਾਵੇਂ ਮੰਨਦਾ, ਉਦੋਂ ਹੋਮੇ 'ਚ ਆਏ ਹੋਏ ਪਾਈ ਜਾਂਦੇ ਨੇ। ਹਾਂਜੀ, ਕਿਸੇ ਨੂੰ ਹਰਾਮ ਦੀ ਕਮਾਈ ਹੈ, ਪਾ ਲਓ, ਹਨ ਲਾਉਣੇ, ਆਪਾਂ ਕਿਹੜਾ ਆਪਣੀ ਦਸਾਂ ਦੀ ਲਾਉਣੀ, ਪਾ ਲਓ। ਮਗਰ ਉਹ ਭਾਂ ਕਰਦੇ ਨੇ, ਭਾਂ ਕਰਦੇ ਨੇ। ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆਂ ਸਾਥ ਨਾ ਜਾਈ। ਜਿਸ ਨੂੰ ਆਪ ਖੁਆਏ ਕਰਤਾ, ਖੁਸ ਲੈ ਚੰਗਿਆਈ। ਕਰਤਾ ਪਾਪ ਪਰਮਾਤਮਾ। ਪਰਮਾਤਮਾ ਜਿਸ ਨੂੰ ਖੁਆਰ ਕਰਦਾ ਨਾ, ਉਹ ਤੋਂ ਚੰਗਿਆਈ ਖੋਹ ਲੈਂਦਾ। ਜਦੋਂ ਚੰਗਿਆਈ ਖੋਲੀ, ਬਾਕੀ ਕੀ ਰਹਿ ਗਈ? ਬੁਰਿਆਈ। ਅਤੇ ਉਹਨੇ ਫਿਰ ਕੋਈ ਨਾ ਕੋਈ ਬੁਰਾ ਕੰਮ ਕਰਨਾ ਹੈ, ਅਤੇ ਫਿਰ ਉਹਨੇ ਖੁਆਰ ਹੋਣਾ ਹੈ। ਜਦੋਂ ਦਾਤੇ ਨੇ ਕਿਸੇ ਨੂੰ ਖੁਆਰ ਕਰਨਾ ਨਾ, ਉਹਦੀ ਸੋਚ ਸਮਝ ਆਪਣੇ ਖੋਲੇਗਾ, ਉਹ ਕੋਈ ਨਾ ਕੋਈ ਫਿਰ ਪੁੱਠਾ ਕੰਮ ਕਰੇਗਾ, ਉਸ ਤੋਂ ਚੰਗਿਆਈ ਖੋਲੇਗਾ। ਬਾਕੀ ਬੁਰਾਈ ਉਹਦੇ ਕੋਲ ਰਹਿ ਗਈ, ਉਹ ਕੋਈ ਨਾ ਕੋਈ ਮਾੜਾ ਕੰਮ ਨਹੀਂ ਕਰਦਾ, ਫਿਰ ਖੁਆਰ ਹੁੰਦੇ ਰਹਿਣਾ। ਜਿਸ ਨੂੰ ਆਪ ਖੁਆਏ ਕਰਤਾ, ਜਿਸ ਨੂੰ ਪਰਮਾਤਮਾ ਨੇ ਆਪ ਖੁਆਰ ਕਰਨਾ ਨਾ, ਖੁਸ ਲੈ ਚੰਗਿਆਈ, ਉਹ ਤੋਂ ਚੰਗਿਆਈ ਖੋਹ ਲੈਂਦਾ। ਕੋਟਿੰਗ ਟੈਂਕਨ ਬਿਹਾਰੀ ਬਿੰਦੀ ਲਾ ਕੇ ਬੋਲਣਾ। ਕੋਟੀ ਬੋਲੋਗੇ ਤਾਂ ਸਰਦੀਆਂ ਜਿਹੜੇ ਤੁਸੀਂ ਕੋਟੀ ਪਾਉਣੇ, ਸਵੈਟਰ ਕੋਟੀ ਪਾਉਣੇ ਕਿ ਨਹੀਂ, ਉਹ ਹੈਗਾ ਕੋਟੀ। ਮੈਨੇ ਕਰੋੜਾਂ ਖੂਨ ਬਣੇ ਹੂੰ, ਕੋਟੀ ਹੂੰ ਪੀਰ ਵਰਜ ਰਹਾਏ। ਜਾਂ ਮੀਰ ਸੁਣਿਆ ਧਾਇਆ। ਮੀਰ ਮੈਨੇ ਰਾਜਾ ਪਾ ਬਾਬਰ। ਜਦੋਂ ਸੁਣਿਆ ਵੀ ਬਾਬਰ ਨੇ ਹਮਲਾ ਕਰ ਦਿੱਤਾ, ਆ ਰਿਹਾ ਬਈ, ਇੱਥੋਂ ਜਿਹੜੇ ਰਾਜੇ ਸਨ ਹਿੰਦੁਸਤਾਨ, ਉਹਨਾਂ ਨੇ, ਉਦੋਂ ਮੁਸਲਮਾਨਾਂ ਦੇ ਰਾਜ ਸੀ ਦੋਨੋਂ ਪਾਸੇ। ਇੱਥੇ ਮੁਸਲਮਾਨ ਦਾ ਰਾਜ ਸੀ, ਬਾਬਰ ਵੀ ਮੁਸਲਮਾਨ ਸੀ। ਉਹਨਾਂ ਨੇ ਪੀਰ ਫਕੀਰ ਸੱਦ ਲਏ ਬੋੜੇ, ਕਿ ਤੁਸੀਂ ਜਰਾ ਕਰਾਮਾਤਾਂ ਵਿਖਾਓ, ਤੁਸੀਂ ਮੰਤਰ ਪੜ੍ਹੋ, ਤਾਂ ਜੋ ਦੁਸ਼ਮਣ ਅੰਨਾ ਹੋ ਜਾਏ, ਇੱਥੇ ਤੱਕ ਪਹੁੰਚੇ ਹੀ ਨਾ।
ਤੱਕ ਪਹੁੰਚੇ। ਹੁਣ ਜੇ ਮੰਤਰ ਨਾਲ ਦੁਸ਼ਮਣ ਅੰਨਾ, ਫਿਰ ਤਾਂ ਫੌਜ ਰੱਖਣ ਦੀ ਲੋੜ ਹੀ ਨਹੀਂ। ਫਿਰ ਤਾਂ ਸਾਡੇ ਵਰਗੇ 10-15 ਇਕੱਠੇ ਕਰੋ, ਆ ਪੜ੍ਹੋ ਜੀ ਮੰਤਰ। ਹਾਂਜੀ, ਫਿਰ ਤਾਂ ਫੌਜ ਰੱਖਣ ਦੀ ਲੋੜ ਹੀ ਨਾ, ਨਾਲ ਬੈਠੇ ਰਹੋ। ਚੀਨੀ ਭਾਈ ਇੱਕ ਚੀਨੀ, ਦੂਜਾ ਕਿਹੜਾ ਹਿੰਦੀ। ਫਿਰ ਕਹੀਓ ਹਿੰਦੀ ਚੀਨੀ ਭਾਈ, ਹਿੰਦੀ ਪਾਕਿਸਤਾਨੀ ਭਾਈ। ਇਸ ਤਰ੍ਹਾਂ ਦੀ ਗੱਲ ਬਣੇਗੀ। ਫਿਰ ਅੱਗੇ ਗੁਰੂ ਮਹਾਰਾਜ ਵਿਅੰਗ ਕਰਨਗੇ। ਕੋਟੀ ਹੂੰ ਪੀਰ ਵਰਜ ਰਹੇ, ਵਰਜ ਹੁੰਦਾ ਰੋਕਣਾ। ਕਰੋੜਾਂ ਪੀਰ ਮੰਤਰ ਪੜ੍ਹ ਕੇ ਰੋਕਣ ਦੀ ਕੋਸ਼ਿਸ਼ ਕਰਦੇ ਰਹੇ। ਕਦੋਂ? ਜਾਂ ਮੀਰ ਸੁਣਿਆ ਧਾਇਆ, ਜਦੋਂ ਪਤਾ ਲੱਗਾ ਵੀ ਬਾਬਰ ਰਾਜਾ ਆ ਰਿਹਾ ਹੈ। ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਕੋਇਰ ਰੁਲਾਇਆ। ਥਾਨ ਮੁਕਾਮ, ਥਾਵਾਂ ਨੂੰ ਕਹਿੰਦੇ ਨੇ, ਧਾਰਮਿਕ ਥਾਵਾਂ, ਬਿਜ ਪੱਕੇ, ਮੰਦਰ ਘਰ। ਕਹਿੰਦੇ ਧਾਰਮਿਕ ਥਾਵਾਂ ਸਾੜ ਦਿੱਤੀਆਂ ਗਈਆਂ। ਵੱਡੇ ਪੱਕੇ ਘਰਾਂ ਨੂੰ ਸਾੜ ਦਿੱਤਾ ਗਿਆ, ਜਲੇ ਸਾੜ ਦਿੱਤਾ ਗਿਆ। ਮੁੱਛ ਹੁੰਦਾ ਵੱਢ ਕੇ। ਜਿਹੜੇ ਰਾਜਿਆਂ ਦੇ ਬੱਚੇ ਸਨ ਉਹਨਾਂ ਨੂੰ ਵੱਢ ਕੇ ਧਰਤੀ 'ਚ ਰਲਾਤਾ ਹੈ, ਵੱਢ ਕੇ ਧਰਤੀ 'ਤੇ ਸੁੱਟਤਾ ਹੈ। ਕੋਈ ਮੁਗਲ ਨਾ ਹੋਆ ਅੰਧਾ, ਕਿਰੇ ਨਾ ਪਰਚਾ ਲਾਇਆ। ਕਹਿੰਦੇ ਕੋਈ ਕਰਾਮਾਤ ਵਿਖਾ ਹੀ ਨਹੀਂ ਸਕਿਆ, ਪਰਚਾ ਕੋਈ ਕਰਾਮਾਤ ਵਿਖਾ ਹੀ ਨਾ ਸਕਿਆ, ਅਤੇ ਕੋਈ ਮੁਗਲ ਅੰਨਾ ਨਾ ਹੋਇਆ। ਉਹ ਕਹਿੰਦੇ ਸੀ ਅਸੀਂ ਇਹਨਾਂ ਅੰਨਿਆ ਕਰ ਦਿਆਂਗੇ ਮੰਤਰ ਪੜ੍ਹ ਕੇ, ਕੋਈ ਨਹੀਂ ਕਹਿੰਦਾ ਨਾ ਹੋਇਆ। ਮੁਗਲ ਪਠਾਣਾ ਭਈ ਲੜਾਈ, ਬਾਬਰ ਸੀ ਮੁਗਲ, ਇੱਥੋਂ ਦੇ ਰਾਜੇ ਸਨ ਪਠਾਨ। ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ। ਮੁਗਲਾਂ ਅਤੇ ਪਠਾਣਾਂ ਦੀ ਲੜਾਈ ਹੋਈ। ਰਣ ਦਾ ਜੰਗੀ ਮੈਦਾਨ, ਮਹਿ ਮੈਨੇ ਵਿੱਚ, ਤੇਗ ਹੁੰਦਾ ਤਲਵਾਰ। ਜੰਗ ਦੇ ਮੈਦਾਨ ਵਿੱਚ ਦੋਨੋਂ ਪਾਸੇ ਬੜੀਆਂ ਤਲਵਾਰਾਂ ਚੱਲੀਆਂ। ਹੁਣ ਨਹੀਂ ਪਾ ਮੁਗਲਾਂ ਨੇ, ਹੁਣ ਨਹੀਂ ਤੁਪਕ ਹੁੰਦਾ, ਬੰਦੂਕ ਨੂੰ ਵੀ ਕਹਿੰਦੇ ਨੇ, ਅਤੇ ਜਿਹੜੀ ਛੋਟੀ ਜਿਹੀ ਤੋਪ ਹੁੰਦੀ ਹੈ ਫਾਰਸੀ 'ਚ, ਉਹਨੂੰ ਵੀ ਤੁਪਕ ਕਹਿੰਦੇ। ਕੱਲ੍ਹ ਹੀ ਮੈਂ ਵੇਖ ਰਿਹਾ ਸੀ, ਮੈਂ ਫਾਰਸੀ ਡਿਕਸ਼ਨਰੀ ਵੇਖ ਲਾਂ, ਉੱਥੇ ਲਿਖਿਆ ਸੀ ਤੁਪਕ, ਛੋਟੀ ਤੋਪ ਜਾਂ ਬੰਦੂਕ। ਉਹਨਾਂ ਤੁਪਕ ਤਾਣ ਚਲਾਈ। ਕਹਿੰਦੇ ਮੁਗਲਾਂ ਨੇ ਬੰਦੂਕਾਂ ਸਿੰਨ ਕੇ ਚਲਾਈਆਂ, ਤਾਣ ਕੇ, ਜਿਵੇਂ ਆਪਾਂ ਐਂ ਖਿੱਚ ਕੇ ਤੀਰ ਚਲਾਉਣਾ ਹੁੰਦਾ। ਕਹਿੰਦੇ ਮੁਗਲਾਂ ਨੇ ਬੰਦੂਕਾਂ ਚਲਾਈਆਂ। ਉਹ ਨਹੀਂ ਪਾ ਪਠਾਣਾ ਨੇ ਹਾਥੀ ਚੜਾਈ ਹੁੰਦੇ, ਗੁੱਸੇ 'ਚ ਲਿਆ ਕੇ ਹਮਲਾ ਕਰਨਾ, ਅਤੇ ਪਠਾਨਾਂ ਨੇ ਹਾਥੀਆਂ ਨੂੰ ਗੁੱਸੇ 'ਚ ਲਿਆ ਕੇ ਉਹਨਾਂ ਤੋਂ ਹਮਲਾ ਕਰਵਾਇਆ। ਹੁਣ ਗੁਰੂ ਮਹਾਰਾਜ ਕਹਿੰਦੇ ਜਿਨ ਕੀ ਚੀਰੀ ਦਰਗਾਹ ਪਾਟੀ। ਚੀਰੀ ਹੁੰਦਾ ਚਿੱਠੀ, ਮੌਤ ਦੀ ਚਿੱਠੀ। ਚੀਰੀ, ਜਿਨ੍ਹਾਂ ਦੀ ਮੌਤ ਦੀ ਚਿੱਠੀ ਦਰਗਾਹ ਵਿੱਚੋਂ ਪਾੜ ਦਿੱਤੀ ਗਈ। ਧਿਆਨ ਦੇਣਾ, ਜਦੋਂ ਪੁਲਿਸ ਵਾਲੇ ਤੁਹਾਨੂੰ ਕੋਈ ਸੱਦੇ, ਕਿਸੇ ਨੂੰ ਸੱਦਣ ਹੁੰਦੇ, ਸੰਮਣ ਲੈ ਕੇ ਆਉਂਦੇ ਨੇ। ਸੰਮਣ ਹੁੰਦਾ ਨਾ, ਕੋਲੇ ਕਾਗਜ਼ ਹੁੰਦਾ, ਸਾਰਾ ਐਡਰੈਸ ਉਸ 'ਤੇ ਲਿਖਿਆ ਹੁੰਦਾ। ਹੁਣ ਕਹਿੰਦੇ ਹਾਂ ਵੀ ਤੈਨੂੰ ਫਲਾਣਾ ਤਾਂ ਸੱਦਿਆ। ਇਸ ਤਰ੍ਹਾਂ ਧਰਮ ਰਾਜ ਵੀ ਸੰਮਣ ਭੇਜਦਾ ਹੈ, 2 ਜਮਦੂਤ ਭੇਜਦਾ ਹੈ। ਉਸ ਸੰਮਣ 'ਤੇ ਲਿਖਿਆ ਹੁੰਦਾ ਜੈਮਲ ਸਿੰਘ ਭਿੰਡਰ, ਸਨ ਆਫ ਸਰਦਾਰ ਖਜ਼ਾਨ ਸਿੰਘ, ਸਨ ਆਫ ਸਰਦਾਰ ਵਧਾਵਾ ਸਿੰਘ। ਦਾਦੇ ਦਾ ਨਾਮ ਵੀ ਲਿਖਿਆ ਹੁੰਦਾ। ਉਹਨੂੰ ਜਿਹੜਾ 2:10 'ਤੇ, ਦਿਨ ਦੇ 2:10 'ਤੇ ਚੱਕ ਲਿਓ ਬਸ। ਆ ਜੋ ਉਹ ਸੰਮਣ ਜਾਰੀ ਹੁੰਦਾ, ਵਰਕਾ ਪਾੜ। ਜਿਨ ਕੀ ਚੀਰੀ ਦਰਗਾਹ ਪਾਟੀ, ਤੇ ਨਾ ਮਰਨਾ ਭਾਈ, ਉਹਨਾਂ ਨੂੰ ਮਰਨਾ ਹੀ ਮਰਨਾ। ਦਰਗਾਹ 'ਚ ਚਿੱਠੀ ਪਾੜ। ਪੁਰਾਣੇ ਜ਼ਮਾਨੇ ਦੇ ਵਿੱਚ ਕਾਰਡ ਹੋਇਆ ਕਰਦੇ ਸਨ, ਲਿਫਾਫੇ ਘੱਟ ਹੁੰਦੇ ਸਨ, ਉਹ ਸਸਤਾ ਹੁੰਦਾ, ਆਨੇ ਦਾ ਕਾਰਡ ਹੁੰਦਾ। ਉਹ ਨਾ ਇੱਕ ਕੋਨੇ ਤੋਂ, ਜਿੱਥੇ ਲਿਖਿਆ ਹੁੰਦਾ ਫਲਾਣਾ ਮਰ ਗਿਆ ਜੀ, ਉਹ ਚਿੱਠੀ ਇੱਕ ਕੋਨੇ ਤੋਂ ਪਾੜ ਦਿੰਦੇ ਹੁੰਦੇ ਸਨ, ਵੀ ਅਗਲੇ ਪਤਾ ਲੱਗ ਜਾਵੇ ਮੌਤ ਦੀ ਚਿੱਠੀ, ਮਰ ਗਿਆ ਕੋਈ।
ਭਾਵੇਂ ਰਾਹ 'ਚ ਵਿਚਾਰ ਵੈਸੇ ਇੱਕ ਚਿੱਠੀ ਫਟ ਗਈ ਹੋਵੇ, ਬਸ ਉਹ ਅਨਪੜ੍ਹ ਟੋਲਾ ਸੀ, ਉਹ ਪੜ੍ਹਨ ਵਾਲਾ ਤਾਂ ਸੱਦਿਆ ਕਦੋਂ ਆਊਗਾ, ਪਹਿਲੇ ਰੋਣਾ ਸ਼ੁਰੂ ਕਰ ਮਰ ਗਿਆ ਸਾਡਾ ਕੋਈ ਹੁਣ। ਫਿਰ ਪਿੰਡ 'ਚ ਇੱਕ ਅੱਧਾ ਪੜ੍ਹਿਆ ਹੁੰਦਾ ਸੀ, ਉਹਨੂੰ ਉਸ 'ਤੇ ਜਾ ਕੇ ਚਿੱਠੀ ਪੜ੍ਹਾਉਂਦੇ ਸਨ, ਫਿਰ ਦੱਸ ਇਹ 'ਚ ਕੌਣ ਮਰ ਗਿਆ, ਕਿਹਦਾ ਕੀ ਹੋਇਆ। ਫਿਰ ਉਹ ਹੁੰਦੀ ਸੀ ਚੀਰੀ, ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਪਾਏ। ਜਿਨ੍ਹਾਂ ਦੀ ਮੌਤ ਦੀ ਚਿੱਠੀ ਦਰਗਾਹ 'ਚ ਪੜ੍ਹ ਦਿੱਤੀ ਗਈ ਹੈ, ਭਾਵ ਜਿਨ੍ਹਾਂ ਦੀ ਮੌਤ ਦੀ ਚਿੱਠੀ ਦਰਗਾਹ ਦੇ ਵਿੱਚ ਜਾਰੀ ਕਰ ਦਿੱਤੀ ਗਈ, ਤਿੰਨਾ ਮਰਨਾ ਪਾਈ, ਉਹਨਾਂ ਮਰਨਾ ਹੀ ਮਰਨਾ ਹੈ। ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ। ਕੋਈ ਹਿੰਦੂ ਬੀਬੀ ਹੈ, ਤੁਰਕਾਣੀ ਕੋਈ ਤੁਰਕ ਹੈ, ਪਟਿਆਣੀ ਕੋਈ ਭੱਟ ਹੈ, ਠਕੁਰਾਣੀ ਕੋਈ ਠਾਕੁਰ ਹੈ। ਇੱਕ ਨਾ ਪੇਰਨ, ਪੇਰਨ ਹੁੰਦਾ ਬੁਰਕਾ। ਮੁਸਲਮਾਨ ਬੀਬੀਆਂ ਬੁਰਕਾ ਪੈ ਗਏ, ਸਿਰ ਤੋਂ ਲੈ ਕੇ ਪੈਰਾਂ ਤੱਕ ਹੁੰਦਾ ਸੀ ਪੇਰਨ। ਉਹ ਪਹਿਰਾਵਾ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਹੋਵੇ। ਐਕਚੁਅਲੀ ਜਿਹੜਾ ਸਰੋਪਾ ਸੀ ਉਹ ਹੈ ਸਿਰੋਂ ਪਾਓ, ਸਿਰ ਤੋਂ ਲੈ ਕੇ ਪੈਰਾਂ ਤੱਕ ਬਸਤਰ ਦੇਣੇ ਨੇ। ਪਰ ਅਸੀਂ ਜਿਹੜਾ ਹੈ 2 ਮੀਟਰ ਦਾ ਕੱਪੜਾ ਲਿਆ, ਵੀ ਕਿਹੜਾ ਇਹਨੇ ਦੇਵੇਗਾ ਇਸ ਨੂੰ, ਪਾਓ ਦੀ ਗੱਲ 'ਚ ਸਰੋਪਾ ਪਾ ਦਿਓ। ਪੇਰਨ ਹੁੰਦਾ ਹੈ ਬੁਰਕਾ। ਮੁਸਲਮਾਨ ਬੀਬੀਆਂ ਬੁਰਕਾ ਪਾਉਂਦੀਆਂ, ਉਹਨਾਂ ਦੀ ਅੱਖਾਂ ਸਭ ਢੱਕੀਆਂ ਨੇ, ਅੱਖਾਂ ਦੇ ਸਾਹਮਣੇ ਵਿੱਚ ਵਿੱਚ ਮੋਰੀਆਂ ਕੀਤੀਆਂ, ਬੁਰਕੇ ਦੇ ਵਿੱਚ ਮੋਰੀ ਰੱਖੇ ਨੇ, ਤਾਂ ਜੋ ਉਹ ਵੇਖ ਸਕਣ ਵੀ ਦੂਜਿਆਂ ਨੂੰ, ਦੂਜੇ ਨਾਲ ਉਹਨਾਂ ਨੂੰ ਵੇਖ ਸਕਣ। ਉਹਨਾਂ ਨੂੰ ਹਾਲਾਂਕਿ ਹਿੰਦੂ ਧਰਮ ਦੇ ਵਿੱਚ ਘੁੰਡ ਕੱਢਣ ਦਾ ਰਿਵਾਜ਼ ਨਹੀਂ ਸੀ। ਮੁਸਲਮਾਨਾਂ ਦਾ ਰਾਜ ਬਹੁਤ ਸਮਾਂ ਸਾਡੇ ਦੇਸ਼ 'ਚ ਰਹਿਣ ਕਾਰਨ ਉਹ ਜਿੰਨੀਆਂ ਸੁੰਦਰ ਬੀਬੀਆਂ ਹੁੰਦੀਆਂ ਸਨ, ਉਹਨਾਂ ਧੱਕੇ ਨਾਲ ਚੱਕ ਕੇ ਲੈ ਜਾ ਕਰਦੇ ਸੀ। ਉਹਨਾਂ ਤੋਂ ਬਚਾਅ ਲਈ ਫਿਰ ਹਿੰਦੂ ਬੀਬੀਆਂ ਨੇ ਘੁੰਡ ਕੱਢਣੇ ਸ਼ੁਰੂ ਕਰਤੇ, ਤਾਂ ਜੋ ਦੂਜੇ ਦਾ ਮੂੰਹ ਨਾ ਦਿਸੇ। ਹੁਣ ਤੇ ਕੱਪੜੇ ਹੀ ਬਦਲੇ, ਬੜੇ ਪਤਲੇ ਆ ਗਏ, ਘੁੰਡ ਕੱਢ ਵੀ ਤੁਸੀਂ ਲਵੋ ਤਾਂ ਵੀ ਮੂੰਹ ਦਿਸਦਾ ਰਹਿੰਦਾ ਹੈ। ਪਹਿਲਾਂ ਮੈਨੂੰ ਯਾਦ ਹੈ ਫੇਰੇ ਹੋਣੇ, ਇੱਕ ਤਾਂ ਪਹਿਲਾਂ ਉਹਦੇ ਘੁੰਡ, ਇੱਕ ਉਹਦੇ ਉੱਤੇ ਹੋਰ ਚਾਦਰ ਪਾਈ ਹੁੰਦੀ ਸੀ, ਉਹਨੂੰ ਦਿਸਦਾ ਹੀ ਕੱਖ ਨਹੀਂ ਸੀ। ਇਸ ਲਈ 4-5 ਬੰਦੇ ਆਲੇ ਦੁਆਲੇ ਖਲੋ ਜਾਂਦੇ ਨੇ, ਉੱਥੋਂ ਫੜ ਕੇ ਉਹਨੂੰ ਉੱਥੋਂ ਤੱਕ ਲਿਓ, ਅਗਲੇ ਤੱਕ ਅਗਲਾ ਫੜ ਲਿਆ, ਵੀ ਕਿਤੇ ਇਹਨੂੰ ਦਿਸਦਾ ਤਾਂ ਕੁਛ ਹੈ ਨਹੀਂ, ਐਡਾ ਘੁੰਡ ਕੱਢਿਆ ਹੋਇਆ। ਜੇ ਘੁੰਡ ਉੱਚਾ ਹੁੰਦਾ ਸੀ, ਕੋਈ ਨਾ ਬੀਬੀ ਖਿੱਚ ਕੇ ਲੰਮਾ ਕਰ ਦਿੰਦੇ ਸੀ। ਤਮਾਸ਼ੇ ਮੈਂ ਵੇਖਦਾ ਰਿਹਾ ਛੋਟਾ ਹੁੰਦਾ, ਕਿਆ ਵਕਤ ਹੈ ਯਾਰ। ਇਹ ਜਦੋਂ ਫਿਰ ਘੁੰਡਾਂ ਦਾ ਰਿਵਾਜ਼ ਹਟ ਗਿਆ, ਫਿਰ ਬੀਬੀਆਂ ਪੜ੍ਹ ਲਿਖ ਗਈਆਂ, ਆਪੇ ਹੀ ਗੇੜੇ ਲਾਈ ਦੀ ਵੀ ਲੋੜ ਨਹੀਂ ਕਿਸੇ ਦੀ। ਆਪ ਇਸ ਲਈ ਗੇੜੇ ਲਾ ਰਹੇ ਨੇ ਕਿ ਹੁਣ ਰੁਕਾਵਟ ਕੋਈ ਨਹੀਂ ਹੈਗੀ। ਪਹਿਲਾਂ ਲੰਮੇ ਘੁੰਡ ਕੱਢੇ, ਦੂਰੇ ਦੂਰੇ ਕੱਢੇ ਹੁੰਦੇ ਸਨ, ਦਿਸਦਾ ਨਹੀਂ, ਇਸ ਲਈ ਉਹਨਾਂ ਨੂੰ ਫੜ ਕੇ ਗੇੜਾ ਲਾਉਂਦੇ ਸਨ। ਸੋ ਗੁਰੂ ਮਹਾਰਾਜ ਕਹਿੰਦੇ ਕੋਈ ਹਿੰਦਵਾਣੀ ਹੈ, ਕੋਈ ਤੁਰਕਾਣੀ ਹੈ, ਕੋਈ ਪਟਿਆਣੀ ਹੈ, ਕੋਈ ਠਕਰਾਣੀ ਹੈ। ਇੱਕ ਨਾ ਪੇਰਨ ਸਿਰ ਖੁਰ ਪਾਟੇ, ਅਤੇ ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਖੁਰਨ ਦਾ ਪੈਰ। ਡੰਗਰ ਦੇ ਪੈਰ ਨੂੰ ਆਮ ਤੌਰ ਕੀ ਕਹਿੰਦੇ, ਖੁਰ। ਉਹ ਜੀ ਉਹਨੇ ਖੁਰਾ ਖੋਜ ਮਿਟਾ ਦਿੱਤਾ। ਡੰਗਰ ਦੇ ਪੈਰ ਦਾ ਜਿਹੜਾ ਨਿਸ਼ਾਨ ਪੈ ਜਾਂਦਾ ਹੈ ਉਹਨੂੰ ਕਹਿੰਦੇ ਖੋਜ। ਖੁਰਾ ਡੰਗਰ ਦਾ ਪੈਰ, ਉਹਦਾ ਜਿਹੜਾ ਨਿਸ਼ਾਨ ਪੈ ਗਿਆ ਖੁਰਾ ਖੋਜ। ਔਰ ਜੀ ਉਹਦਾ ਤਾਂ ਖੁਰਾ ਖੋਜ ਹੀ ਮਿਟਾ ਦਿੱਤਾ ਹੈ, ਭਾਵ ਨਿਸ਼ਾਨੀ ਹੀ ਮਿਟਾ ਦਿੱਤੀ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਕਹਿੰਦੇ ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਟ ਗਏ। ਇੱਕ ਨਾ ਵਾਸ ਮਸਾਣੀ ਮਸਾਣ ਮੜੀਆਂ, ਅਤੇ ਕਈ ਵਿਚਾਰੇ ਮੜੀਆਂ 'ਚ ਜਾ ਵਸੀਆਂ, ਭਾਵ ਮਰ ਗਈਆਂ। ਜਿਨ ਕੇ ਬੰਕੇ ਘਰੀ, ਰਾਇਣ ਬਿਹਾਰੀ ਬਿੰਦੀ ਲਾ ਕੇ ਬੋਲਣਾ, ਘਰੀ ਘਰਾਂ ਵਿੱਚ, ਬੰਕੇ ਭਾਵ ਪਤੀ। ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕਿਉਂ ਰੈਣ ਵਿਹਾਣੀ। ਵਿਹਾਣੀ ਹੁੰਦਾ ਬੀਤਣਾ, ਰੈਣ ਹੁੰਦੀ ਰਾਤ। ਜਿਨ੍ਹਾਂ ਦੇ ਪਤੀ ਸ਼ਾਮ ਨੂੰ ਘਰ ਹੀ ਨਹੀਂ ਆਏ, ਉਹਨਾਂ ਦੀ ਰਾਤ ਬੀਬੀਆਂ ਦੀ ਕਿਵੇਂ ਬੀਤੀ ਹੋਵੇਗੀ, ਕਹਿੰਦੇ ਤੁਸੀਂ ਅੰਦਾਜ਼ਾ ਲਾ ਲਓ। ਚਿੰਤਾ 'ਚ ਨੀਂਦ ਹੀ ਨਹੀਂ ਆਉਂਦੀ, ਪਤਾ ਨਹੀਂ ਜਿਉਂਦਾ ਹੈ ਕਿ ਮਰ ਗਿਆ, ਆਏਗਾ ਕਿ ਨਹੀਂ ਆਏਗਾ, ਹੱਲੇ ਗੁੱਲੇ 'ਚ ਕੋਈ ਪਤਾ ਹੀ ਨਹੀਂ ਲੱਗਦਾ ਹੈ।
ਬਹੁਤ ਸਾਰੀਆਂ ਬੀਬੀਆਂ ਹੱਲੇ ਗੁੱਲੇ ਦੇ ਵਿੱਚ ਜਿਹੜੀਆਂ ਨੇ ਸਿੱਖ ਅਤੇ ਹਿੰਦੂ ਬੀਬੀਆਂ ਉੱਧਰ ਪਾਕਿਸਤਾਨੀਆਂ ਦੇ ਜਿਹੜਾ ਕਬਜ਼ੇ 'ਚ ਆ ਗਈ। ਬਹੁਤ ਸਾਰੀ ਇੱਧਰਲੇ ਮੁਸਲਮਾਨ ਬੀਬੀਆਂ ਅਤੇ ਹਿੰਦੂ ਸਿੱਖਾਂ ਦੇ ਕਬਜ਼ੇ 'ਚ ਆ ਗਈ। ਕੁਝ ਸਮਾਂ ਰਹੀ ਗਏ, ਫਿਰ ਦੋਨਾਂ ਸਰਕਾਰਾਂ ਨੇ ਆਪਸ 'ਚ ਗੱਲਬਾਤ ਕੀਤੀ ਕਿ ਭਾਈ ਜਿਹੜੇ ਕੋਈ ਰਹਿ ਗਏ ਨੇ ਇਸ ਤਰ੍ਹਾਂ ਉਹਨੂੰ ਲੱਭੋ, ਲੱਭ ਕੇ ਉਹਨਾਂ ਨੂੰ ਵਾਪਸ ਲਿਆਓ। ਮੈਨੂੰ ਯਾਦ ਸਾਡੇ ਪਿੰਡ 'ਚ ਆਉਂਦੇ ਰਹਿੰਦੇ ਸਨ, ਭਾਈ ਕਿਸੇ ਦੇ ਘਰ ਤੁਸੀਂ ਓਪਰੀ ਜਨਾਨੀ ਦੇਖੀ ਹੈ? ਪਿੰਡ ਵਾਲੇ ਦੱਸ ਹੀ ਦਿੰਦੇ ਨੇ। ਅਤੇ ਇਹ ਬਹੁਤਾ ਕੰਮ ਛੜਿਆਂ ਦਾ ਸੀ, ਮਾਲ ਵਿੱਚ ਛੜੇ ਬੜੇ ਸਨ। ਇਹਨਾਂ ਨੇ ਕੁੜੀਆਂ ਮਾਰਨ ਦੀ ਆਦਤ ਸੀ ਸਦੀਆਂ ਤੋਂ, ਕਿਉਂਕਿ ਰਾਜਸਥਾਨ ਦੇ ਨਾਲ ਲੱਗਦਾ ਸਾਡਾ ਇਲਾਕਾ। ਰਾਜਸਥਾਨ ਜੰਮਦੀਆਂ ਕੁੜੀ ਨੂੰ ਮਾਰ ਦਿਆ ਕਰਦੇ ਸਨ, ਬਈ ਸਾਨੂੰ ਦੂਜੇ ਦੇ ਅੱਗੇ ਸਿਰ ਝੁਕਾਉਣਾ ਪਏਗਾ ਜੀ। ਉਹਨਾਂ ਨੂੰ ਵੇਖ ਵੇਖ ਕੇ ਸਾਡੇ 'ਤੇ ਵੀ ਅਸਰ ਹੋ ਗਿਆ। ਮਾਲ ਦੇ 5 ਭਰਾ ਨੇ, ਵਿਆਹ ਹੀ ਨਹੀਂ ਸੀ ਹੋਇਆ ਕਰਦਾ। ਇੱਕ ਸਾਡੇ ਗੁਆਂਢ 'ਚ ਪਰਿਵਾਰ ਸੀ, ਉਹ 5 ਭਰਾ ਸਨ, ਵਿਆਹ ਹੀ ਨਾ ਕਿਸੇ ਦਾ ਹੋਵੇ। ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤੀ, ਤੁਸੀਂ ਰੇਤ ਦੀਆਂ ਬੋਰੀਆਂ ਭਰ ਕੇ ਕਾਫੀ ਸਾਰੀਆਂ ਰੱਖ ਲਓ, ਉੱਤੇ ਥੋੜ੍ਹੀਆਂ ਕਣਕ ਦੀਆਂ ਇੱਕ ਉੱਪਰਲੀ ਲੇਅਰ ਜਿਹੜੇ ਉਹ ਕਣਕ ਦੀਆਂ ਬੋਰੀਆਂ ਦੀ ਰੱਖ ਲਓ, ਤਾਂ ਜੋ ਜਿਹੜਾ ਤੁਹਾਡੇ ਮੁੰਡੇ ਨੂੰ ਕੋ ਵੇਖਿਆ ਕਿ ਬੱਲੇ ਬੱਲੇ ਬੜੀ ਕਣਕ ਪਈ ਹੈ ਵੀ। ਕਿਸੇ ਨੇ ਦੱਸਤਾ ਬਈ ਇਹਨਾਂ ਨੇ ਨਾ ਹੇਠਾਂ ਰੇਤ ਹੈ ਸਾਰੀ, ਉੱਤੇ ਉੱਤੇ ਕੁਝ ਬੋਰੀਆਂ ਕਣਕ ਦੀਆਂ ਨੇ। ਉਹ ਵੀ ਨਾਲ ਸੂਆ ਲੈ ਆ, ਜਿਹਨੇ ਮੁੰਡੇ ਨੂੰ ਵੇਖਣ ਆਉਣਾ ਸੀ। ਉਹ ਗੱਲਾਂ ਬਾਤਾਂ ਕਰਦਾ ਕਰਦਾ ਬੋਰੀਆਂ ਵੱਲ ਜਾਵੇ, ਉਹ ਕਰਦੇ ਉਹਨੂੰ ਉੱਧਰ ਉਲਝਾਉਣ। ਉਹ ਬੋਰੀ ਦੇ ਕੋਲ ਖੜ ਕੇ ਉਹਨੂੰ ਜੇ ਸੂਆ ਫੇਰੇ, ਉਹ ਰੇਤਾ ਡਿੱਕਰੀ ਆ। ਕਹਿੰਦੇ ਅਸੀਂ ਨਹੀਂ ਤੁਹਾਡੀ ਕੁੜੀ, ਅਸੀਂ ਆਪਣੀ ਕੁੜੀ ਤੁਹਾਡੇ ਨਹੀਂ ਵਿਆਹੁੰਦੇ, ਤੂੰ ਤਾਂ ਰੇਤ ਦੀਆਂ ਬੋਰੀਆਂ ਇਕੱਠੀਆਂ ਕੀਤੀਆਂ। ਇਹੋ ਜਿਹਾ ਹਾਲ ਸੀ। ਇਹ ਤਾਂ ਫਿਰ ਸਖਤਾਈ ਹੋ ਗਈ ਪੰਜਾਬ 'ਚ ਵੀ ਤਾਂ ਕੁੜੀਆਂ ਅਬੋਰਸ਼ਨ ਕਰਾਉਂਦੇ ਨੇ, ਪਤਾ ਲਾ ਲੈਂਦੇ ਨੇ ਵੀ ਹਾਂ ਪੇਟ 'ਚ ਲੜਕੀ ਹੈ ਕਿ ਲੜਕਾ। ਜੇ ਪਤਾ ਲੱਗਦਾ ਲੜਕੀ ਹੈ, ਫਿਰ ਉਹਨਾਂ ਮੁਕੱਦਮੇ ਚੱਲਣੇ ਸਰਕਾਰ ਨੇ ਸ਼ੁਰੂ ਕਰਤੇ ਬਈ ਜੇ ਕਿਸੇ ਨੇ ਅਬੋਰਸ਼ਨ ਕਰਾਈ ਜਾਂ ਕਿਸੇ ਨੇ ਕੀਤੀ, ਉਹਨੂੰ ਫੜ ਕੇ ਅੰਦਰ ਕਰ ਦੇਣਾ ਹੈ। ਤਾਂ ਇਹ ਥੋੜ੍ਹਾ ਜਿਹਾ ਹੁਣ ਬੈਲੈਂਸ ਹੋ ਰਿਹਾ। ਅਜੇ ਵੀ ਲੜਕੀਆਂ ਥੋੜ੍ਹੀਆਂ ਨੇ, 100 ਦੇ ਵਿੱਚ 52 ਮੁੰਡੇ ਨੇ, 48 ਕੁੜੀਆਂ। ਅਜੇ ਵੀ 4 ਛੜੇ ਰਹਿ ਜਾਂਦੇ ਨੇ 100 ਮਗਰ, ਅਤੇ 3 ਕਰੋੜ ਮਗਰ ਕਿੰਨੇ ਰਹਿੰਦੇ ਹੋਣਗੇ ਅੰਦਾਜ਼ਾ ਲਾ ਲਓ। ਫਿਰ ਇਹ ਬੰਗਾਲ ਤੋਂ, ਬਿਹਾਰ ਤੋਂ, ਅੱਡ ਥਾਂ ਤੋਂ ਖਰੀਦ ਕੇ ਲਿਆਉਂਦੇ ਨੇ। ਸੋ ਕਹਿੰਦੇ ਜਿਨ ਕੇ ਬੰਕੇ ਘਰੀ ਨਾ ਆਇਆ, ਜਿਨ੍ਹਾਂ ਦੇ ਪਤੀ ਘਰ ਨਾ ਪਹੁੰਚੇ, ਤਿਨ ਕਿਉਂ ਰਹਿਣ ਵਿਹਾਣੀ, ਕਿਉਂ ਮੈਨੇ ਕਿਵੇਂ ਰਹਿਣ ਮੈਨੇ ਰਾਤ ਵਿਹਾਣੀ ਮੈਨੇ ਬੀਤਣੀ। ਉਹਨਾਂ ਦੀ ਰਾਤ ਕਿਵੇਂ ਬੀਤਦੀ ਹੈ। ਆਪੇ ਕਰੇ ਕਰਾਏ ਕਰਤਾ, ਕਿਸ ਨੂੰ ਆਖ ਸੁਣਾਈਏ। ਕਹਿੰਦਾ ਪਰਮਾਤਮਾ ਹੀ ਕਰਨ ਕਰਾਉਣ ਵਾਲਾ ਹੈ, ਕਿਸ ਨੂੰ ਰੋ ਰੋ ਕੇ ਦੱਸੀਏ। ਇਹ ਬੰਦੇ ਦੇ ਵਾਸਤੇ ਤਾਂ ਹੈ ਹੀ ਨਹੀਂ ਕੋਈ। ਕਰਤਾ ਹੀ ਕਰਨ ਕਰਾਉਣ ਵਾਲਾ ਹੈ। ਉਹਨਾਂ ਹੀ ਮੁਗਲਾਂ ਨੂੰ ਜੰਮ ਬਣਾ ਕੇ ਭੇਜਿਆ। ਮੁਗਲਾਂ ਨੂੰ ਪਰਮਾਤਮਾ ਨੇ ਜੰਮ ਬਣਾ ਕੇ ਭੇਜਿਆ ਵੇ, ਵੱਢ ਟੁੱਕਦੇ ਨੇ। ਦੁੱਖ ਸੁੱਖ ਤੇਰੇ ਭਾਣੇ ਹੋਵੇ, ਕਿਸ ਥੈ, ਥੈ ਪੜ੍ਹਨਾ ਕਿਸ ਕੋਲ। ਥੈ ਹੁੰਦਾ ਕੋਲ, ਜੇ ਪੜ੍ਹ ਗਏ ਜੋ ਥੈਂ, ਉਹਦੀ ਥਾਂ ਥੈ। ਦੁੱਖ ਸੁੱਖ ਤੇਰੇ ਭਾਣੇ ਹੋਵੇ, ਹੇ ਪਰਮਾਤਮਾ ਦੁੱਖ ਅਤੇ ਸੁੱਖ ਤਾਂ ਤੇਰੇ ਭਾਣੇ 'ਚ ਹੈ, ਤੇਰੇ ਹੁਕਮ ਨਾਲ ਹੈ। ਤਾਂ ਹੀ ਲਿਖਿਆ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਹਰ ਮਨੁੱਖ ਸੁੱਖ ਅਤੇ ਦੁੱਖ ਲਿਖਾ ਕੇ ਲਿਆ ਹੈ, ਪਰਮਾਤਮਾ ਨੇ ਲਿਖ ਦਿੱਤਾ ਹੈ। ਉਹਨਾਂ ਨੇ ਲਿਖ ਦਿੱਤਾ ਹੈ, ਉਹ ਫਿਰ ਹਰ ਇੱਕ ਨਹੀਂ ਉਸ ਨੂੰ ਬਦਲ ਸਕਦਾ। ਕਿਰਤ ਕਰਮ ਨਾ ਮਿਟੈ ਨਾਨਕ, ਹਰ ਨਾਮ ਧਨ ਨਹੀਂ ਖਟਿਆ। ਕੀਤੇ ਹੋਏ ਕੰਮਾਂ ਦਾ ਅਸਰ ਮਿਟਦਾ ਨਹੀਂ ਹੈ। ਕਿਉਂ ਨਹੀਂ ਮਿਟਦਾ? ਕਿਉਂਕਿ ਨਾਮ ਧਨ ਇਕੱਠੇ ਹੀ ਨਹੀਂ ਕੀਤਾ। ਜਿਹੜਾ ਬੰਦਾ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਉਹ ਜੋ ਪਿਛਲੇ ਜਨਮ 'ਚ ਉਹਨੇ ਕਰਮ ਕੀਤੇ ਨੇ ਉਹਨਾਂ ਦਾ ਫਲ ਭੋਗਦਾ ਹੀ ਰਹਿੰਦਾ ਹੈ। ਹੁਣ ਤਾਂ ਬਚਾਅ ਦਾ ਹੱਲ ਹੀ ਕੋਈ ਨਹੀਂ ਹੈ। ਬਾਣੀ ਕਹਿੰਦਾ ਜੇ ਤੁਸੀਂ ਪਿਛਲੇ ਕਰਮਾਂ ਤੋਂ ਬਚਣਾ ਹੈ ਤਾਂ ਫਿਰ ਵੱਧ ਤੋਂ ਵੱਧ ਨਾਮ ਜਪੋ, ਕਿਉਂਕਿ ਕਿਰਤ ਕਰਮ ਨਾ ਮਿਟਿਆ ਨਾਨਕ, ਹਰ ਨਾਮ ਧਨ ਨਹੀਂ ਖਟਿਆ। ਨਾਮ ਧਨ ਖਟਿਆ ਨਹੀਂ, ਕੀਤੇ ਹੋਏ ਕਰਮ ਮਿਟਦੇ ਨਹੀਂ ਹੈਗੇ। ਤਾਂ ਉਹ ਕਹਿੰਦੇ ਨੇ
ਦੁੱਖ ਸੁਖ ਤੇਰੇ ਭਾਣੇ ਹੋਵੇ, ਕਿਸ ਥੈ ਜਾਏ ਰੁਆਈਏ। ਇਹ ਪਰਮਾਤਮਾ ਦੁੱਖ ਤੇ ਸੁੱਖ ਤਾਂ ਤੇਰੀ ਮਰਜ਼ੀ ਨਾਲ ਆਉਂਦੇ ਨੇ, ਅਸੀਂ ਕਿਹਦੇ ਕੋਲ ਜਾ ਕੇ ਰੋਈਏ। ਹਾਲੇ ਕਹਿੰਦੇ ਮੈਂ ਤਾਂ ਨਹੀਂ ਤੁਹਾਨੂੰ ਦੁਖੀ ਕੀਤਾ, ਮੈਂ ਤਾਂ ਤੁਹਾਨੂੰ ਸੁਖੀ ਕੀਤਾ। ਤੁਸੀਂ ਆਪਣੇ ਕਰਮਾਂ ਕਰਕੇ ਦੁਖੀ ਹੋ, ਆਪਣੇ ਕਰਮਾਂ ਕਰਕੇ ਸੁਖੀ ਹੋ। ਹੁਕਮੀ ਹੁਕਮ ਚਲਾਏ ਵਿਗਸ, ਨਾਨਕ ਲਿਖਿਆ ਪਾਈਏ। ਹੁਕਮੀ ਹੁਕਮ ਦੇਣ ਵਾਲਾ ਪਰਮਾਤਮਾ ਹੁਕਮ ਆਪਣੇ ਹੁਕਮ ਅਨੁਸਾਰ ਚਲਾਏ, ਇਸ ਸੰਸਾਰ ਨੂੰ ਚਲਾਉਂਦਾ ਹੈ। ਪਰਮਾਤਮਾ ਆਪਣੇ ਹੁਕਮ ਅਨੁਸਾਰ ਇਸ ਸੰਸਾਰ ਨੂੰ ਚਲਾਉਂਦਾ ਹੈ। ਵਿਗਸ ਹੈ ਫਿਰ ਖੁਸ਼ ਹੈ। ਤੁਸੀਂ ਰੋਈ ਪਿੱਟੀ ਜਾਓ, ਉਹ ਆਪਣਾ ਆਨੰਦ 'ਚ। ਉਹ ਕਹਿੰਦੇ ਮੈਂ ਤਾਂ ਤੁਹਾਨੂੰ ਕੁਛ ਨਹੀਂ ਕਿਹਾ, ਤੁਹਾਡੇ ਕਰਮ ਹੀ ਨੇ, ਆਪਣੇ ਭੋਗੀ ਜਾਓ। ਤੁਸੀਂ ਜੋ ਕੁਛ ਕੀਤਾ ਉਹ ਮੈਂ ਲਿਖ ਦਿੱਤਾ ਹੈ, ਮੈਂ ਆਪਣੇ ਵੱਲੋਂ ਕੁਛ ਨਹੀਂ ਲਿਖਿਆ। ਜਾ ਤੂੰ ਦੁਖੀ ਜਾ। ਉਹ ਫਿਰ ਰੱਬ ਹੀ ਕਹਦਾ। ਜਿਹੜਾ ਕਿਸੇ ਨੂੰ ਦੁੱਖ ਦੇਵੇ ਅਤੇ ਕਿਸੇ ਨੂੰ ਸੁੱਖ ਦੇਵੇ, ਉਹਨੂੰ ਰੱਬ ਨਹੀਂ ਕਿਹਾ ਜਾ ਸਕਦਾ। ਉਹ ਤਾਂ ਫਿਰ ਸਾਡੇ ਵਰਗਾ ਬੰਦਾ ਹੋਇਆ। ਧਰਮ ਇਹ ਕਹਿੰਦਾ ਪਰਮਾਤਮਾ ਸਿਰਫ ਕਿਸਮਤ ਲਿਖਦਾ ਹੈ। ਕਿਸਮਤ ਤੁਸੀਂ ਆਪਣੀ ਬਣਾਈ ਹੋਈ ਹੈ। ਤੁਸੀਂ ਜੋ ਪਿਛਲੇ ਜਨਮ 'ਚ ਕਰਮ ਕੀਤੇ ਚੰਗੇ ਮੰਦੇ, ਉਹ ਤੁਹਾਡੀ ਕਿਸਮਤ ਬਣ ਗਏ। ਇਸ ਲਈ ਮਨੁੱਖ ਜੂਨੀ ਭੋਗ ਜੂਨੀ ਵੀ ਹੈ, ਕਰਮ ਜੂਨੀ ਵੀ ਹੈ। ਅਸੀਂ ਕੀਤੇ ਕਰਮਾਂ ਨੂੰ ਭੋਗ ਰਹੇ ਹਾਂ, ਨਵੇਂ ਕਰਮ ਕਰ ਰਹੇ ਹਾਂ। ਜਿਹੜੇ ਨਵੇਂ ਕਰਮ ਕਰ ਰਹੇ ਹਾਂ ਉਹ ਅੱਗੇ ਸਾਡੀ ਕਿਸਮਤ ਬਣ ਰਹੀ ਹੈ। ਜਿਹੜੇ ਅਸੀਂ ਭੋਗ ਰਹੇ ਹਾਂ ਉਹ ਭੋਗਿਆਂ ਕੋ ਪਿੱਛੇ ਕੀਤੇ ਸਨ। ਉਹ ਕੀਤੇ ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਨੂੰ ਭੋਗੇ ਤੋਂ ਬਿਨਾਂ ਖੜਾ ਨਹੀਂ ਛੁੱਟਦਾ ਹੈ। ਹੁਕਮੀ ਹੁਕਮ ਚਲਾਏ ਵਿਗਸ, ਹੁਕਮੀ ਪਰਮਾਤਮਾ ਆਪਣੇ ਹੁਕਮ ਅਨੁਸਾਰ ਇਸ ਸੰਸਾਰ ਨੂੰ ਚਲਾਉਂਦਾ ਹੈ ਅਤੇ ਖੁਸ਼ ਰਹਿੰਦਾ ਹੈ। ਨਾਨਕ ਲਿਖਿਆ ਪਾਈਏ। ਜੋ ਪਰਮਾਤਮਾ ਨੇ ਲਿਖ ਦਿੱਤਾ ਉਹੀ ਸਾਨੂੰ ਪ੍ਰਾਪਤ ਹੁੰਦਾ। ਦੁੱਖ ਲਿਖਤਾ ਦੁੱਖ ਮਿਲੇਗਾ, ਸੁੱਖ ਲਿਖਤਾ ਸੁੱਖ ਮਿਲੇਗਾ। ਪਰ ਲੋਕ ਸਤ ਸੰਗਤ ਕਰਦੇ ਨਹੀਂ ਹੈਗੇ। ਗਿਆਨ ਹੈ ਨਹੀਂ ਕਿ ਇਨਸਾਨ ਜੋ ਤੂੰ ਕਰ ਰਿਹਾ ਇਹ ਤੈਂ ਭੁਗਣ। ਇਹ ਕਰ ਕਰੇ, ਇਹ ਮੈਨੇ ਆ ਕਰ, ਮੈਨੇ ਹੱਥ ਆ ਹੱਥ ਕਰੇਗਾ, ਇਹੀ ਹੱਥ ਭੋਗੇਗਾ। ਇਹ ਨਹੀਂ ਕਿ ਕਸੂਰ ਆ ਹੱਥ ਕਰੇ ਤੇ ਭੋਗੇਗਾ, ਇਹ ਨਹੀਂ। ਰਾਮ ਸਿੰਘ ਨੇ ਕਸੂਰ ਕੀਤਾ, ਰਾਮ ਸਿੰਘ ਭੋਗੇਗਾ। ਸ਼ਾਮ ਸਿੰਘ ਨੇ ਕਸੂਰ ਕੀਤਾ, ਸ਼ਾਮ ਸਿੰਘ ਭੋਗੇਗਾ। ਪਤੀ ਨੇ ਕਸੂਰ ਕੀਤਾ, ਪਤੀ ਭੋਗੇਗਾ। ਪਤਨੀ ਨੇ ਕੀਤਾ, ਪਤਨੀ ਭੋਗੇਗੀ। ਅਤੇ ਜੇ ਦੋਨਾਂ ਰਲ ਕੇ ਮਿਲਿਆ ਤਾਂ ਫਿਰ ਦੋਨੋਂ ਆ ਜੋੜਿਕੇ ਜੋ ਕਿਸੇ ਨਾ ਕਿਸੇ ਜਨਮ 'ਚ ਰਲ ਕੇ ਕੀਤਾ ਹੁੰਦਾ। ਜਿਵੇਂ ਆਪਾਂ ਹੁਣ ਕਈ ਸਾਲਾਂ ਤੋਂ ਇਕੱਠੇ ਹੁੰਦੇ ਹਾਂ, ਫਿਰ ਕਿਸੇ ਜਨਮ 'ਚ ਅਸੀਂ ਇਕੱਠੇ ਹੋਵਾਂਗੇ। ਇਹਨੂੰ ਕਹਿੰਦੇ ਸੰਯੋਗ। ਇਸ ਤਰ੍ਹਾਂ ਸੰਯੋਗ ਬਣਦੇ ਨੇ। ਅੱਗੇ ਗੁਰੂ ਮਹਾਰਾਜ ਕਹਿੰਦੇ ਏਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਕਾਫੀ ਮਹਿਲਾ ਪਹਿਲਾ ਘਰ 8ਵਾਂ ਅਸ਼ਟਪਦੀਆਂ। ਕਵਿਤਾ ਦੀ ਇੱਕ ਕਿਸਮ ਹੈ ਕਾਫੀ, ਕਿਤੇ ਉਹ ਦੂਜੀ ਕਾਫੀ ਨਾ ਸਮਝ ਲਓ ਪੀਣ ਵਾਲੀ। ਇੱਕ ਕਵਿਤਾ ਦੀ ਕਿਸਮ ਹੈ, ਜਿਵੇਂ ਕਵਿਤ ਹੁੰਦੇ ਨੇ, ਸਵਈਏ ਹੁੰਦੇ ਨੇ, ਇਸ ਤਰ੍ਹਾਂ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰ। ਗੋਇਲੀ ਡੰਗਰਾਂ ਨੂੰ ਚਾਰਨ ਵਾਲਾ, ਚਰਵਾਹਾ। ਜਿਹੜਾ ਡੰਗਰਾਂ ਨੂੰ ਚਾਰਦਾ ਉਹਨੂੰ ਕੀ ਕਹਿੰਦੇ ਨੇ? ਚਰਵਾਹਾ। ਗੋਇਲ ਚਰਾਂਦ ਵਿੱਚ, ਚਰਾਂਦ ਦੇ ਖੁੱਲ੍ਹੀ ਥਾਂ ਹੈ, ਘਾਹ ਹੈ, ਹੋਰ ਕੁਛ ਹੈ, ਡੰਗਰ ਉੱਥੇ ਆਪਣਾ ਫਿਰਦੇ ਖਾਂਦੇ ਪੀਂਦੇ ਰਹਿੰਦੇ, ਉਹਨੂੰ ਚਰਾਂਦ ਕਹਿੰਦੇ। ਪਹਿਲਾਂ ਚਰਾਂਦਾਂ ਹੋਇਆ ਕਰਦੇ ਸਨ, ਹੁਣ ਤਾਂ ਕੋਈ ਇੱਕ ਫੁੱਟ ਵੀ ਖਾਲੀ ਥਾਂ ਨਹੀਂ ਛੱਡਦਾ ਹੈ। ਪੁਰਾਣੇ ਜ਼ਮਾਨੇ ਕਿਸਾਨ 2-3 ਕਿੱਲੇ ਖਾਲੀ ਛੱਡ ਛੱਡਦੇ ਹਨ ਵੀ ਡੰਗਰ ਜਿਹੜੇ ਨਾਲੇ ਇੱਥੇ ਚੁਗਦੇ ਰਹਿਣਗੇ, ਨਾਲੇ ਘੁੰਮ ਫਿਰ ਲੈਣਗੇ। ਹੁਣ ਤਾਂ ਅਸੀਂ ਡੰਗਰਾਂ ਦੀ ਜ਼ਿੰਦਗੀ ਨਰਕ ਬਣਾ ਕੇ ਰੱਖਦੇ, 24 ਘੰਟੇ ਉਹਨਾਂ ਬੰਨ੍ਹੀ ਰੱਖਦੇ ਹਾਂ। ਹੁਣ ਬਾਹਰ ਤੋਂ ਫਿਰਨ ਤੁਰਨ ਦਾ ਮੌਕਾ ਹੀ ਨਹੀਂ ਅਸੀਂ ਦਿੰਦੇ। ਕੁੱਤੇ ਨੇ ਉਹ ਵੀ ਅਸੀਂ ਗੁਲਾਮ ਬਣਾ, ਰੱਸੀ ਪਾ ਕੇ ਉਹਨਾਂ ਨੂੰ ਬੰਨ੍ਹੀ ਰੱਖਦੇ ਹਾਂ। ਸਾਨੂੰ ਕੋਈ ਰੱਸੀ ਪਾ ਕੇ ਬੰਨੇ ਫਿਰ ਕਿਵੇਂ ਮਹਿਸੂਸ ਹੋਵੇ ਵੀ? ਡੰਗਰਾਂ ਤੋਂ, ਗਊਆਂ ਮੱਝਾਂ ਤੋਂ ਦੁੱਧ ਚੋਣ ਲਈ ਰੱਸੀਆਂ ਪਾ ਕੇ ਰੱਖਦੇ ਹਾਂ। ਭਾਵੇਂ ਅਸੀਂ ਉਹਨਾਂ ਨੂੰ ਖਾਣ ਪੀਣ ਨੂੰ ਦਿੰਦੇ ਹਾਂ, ਖਾਣ ਪੀਣ ਨੂੰ ਦਿੰਦੇ ਹਾਂ ਉਹਨਾਂ ਨੂੰ, ਪਰ ਸੰਗਲ 'ਤੇ ਪਾ ਕੇ ਰੱਖਦੇ ਨੇ। ਉਹਨਾਂ ਦੀ ਆਜ਼ਾਦੀ ਤਾਂ ਖਤਮ ਹੋ ਗਈ ਨਾ।
ਉਹਨੂੰ ਅਸੀਂ ਗੁਲਾਮ ਬਣਾਉਣਾ ਆਪਣੇ ਫਾਇਦੇ ਲਈ, ਵੀ ਸਾਨੂੰ ਉਹਨਾਂ ਤੋਂ ਦੁੱਧ ਮਿਲੂਗਾ, ਸਿਰਫ ਇਸ ਲਈ। ਮਾਂ ਦਾ ਦੁੱਧ ਸਿਰਫ ਬੱਚੇ ਲਈ ਹੁੰਦਾ, ਲੋਕਾਂ ਲਈ ਨਹੀਂ ਹੁੰਦਾ। ਆ ਜਿਹੜੀ ਮਾਵਾਂ ਬੈਠੀਆਂ, ਇਹਨਾਂ ਦਾ ਦੁੱਧ ਸਿਰਫ ਇਹਨਾਂ ਦੇ ਬੱਚਿਆਂ ਨੇ ਪੀਤਾ, ਹੋਰ ਕਿਸੇ ਲਈ ਨਹੀਂ ਹੈਗਾ। ਪਰ ਅਸੀਂ ਐਸੇ ਤੇਜ਼ ਤਰਾਰ ਬੰਦੇ ਹਾਂ, ਅਸੀਂ ਦੇਖਿਆ ਦੁੱਧ ਦੇਣ ਵਾਲਾ ਡੰਗਰ ਹੈ, ਮੁੱਲ ਮਿਲਦਾ ਮੁੱਲ ਖਰੀਦ ਲਓ, ਉਂਝ ਮਿਲਦਾ ਵੈਸੇ ਚੱਕ ਲਓ, ਕਿਸੇ ਦਾ ਚੋਰੀ ਕਰ ਲਓ। ਉਹਨਾਂ ਨੂੰ ਅਸੀਂ ਸਦੀਆਂ ਤੋਂ ਗੁਲਾਮ ਬਣਾ ਰੱਖਿਆ ਹੈ, ਅਤੇ ਸਾਨੂੰ ਇਹ ਗੱਲ ਹੀ ਭੁੱਲ ਗਈ ਹੈ ਕਿ ਅਸੀਂ ਪਸ਼ੂਆਂ ਨੂੰ ਗੁਲਾਮ ਬਣਾ ਰੱਖਿਆ। ਕੁੱਤਾ ਆਰਾਮ ਨਾਲ ਫਿਰ ਰਿਹਾ, ਘੁੰਮ ਫਿਰ ਰਿਹਾ, ਨੱਚ ਟੱਪ ਰਿਹਾ ਹੈ, ਸਾਨੂੰ ਸੋਹਣਾ ਲੱਗਿਆ, ਰੱਸੀ ਪਾਈ, ਕਿੱਲੇ 'ਤੇ ਬੰਨ੍ਹਤਾ, ਹਾਂ ਵੀ ਰਾਤ ਨੂੰ ਭੌਂਕਿਆ ਕਰ, ਸਾਨੂੰ ਰੋਟੀ ਪਾਣੀ ਅਸੀਂ ਤੈਨੂੰ ਦੇ ਦਿਆ ਕਰਾਂਗੇ, ਐਸੀ ਗੱਲ ਨਹੀਂ ਹੈ, ਪਰ ਗੁਲਾਮ 'ਤੇ ਬਣਾ ਲੈਣਾ, ਗੁਲਾਮ ਬਣਾ। ਇੱਕ ਕੁੱਤਾ ਇਸ ਤਰ੍ਹਾਂ ਪਾਲਤੂ ਕੁੱਤਾ ਕਿਤੇ ਖੁੱਲ੍ਹ ਗਿਆ, ਉਹ ਮੋਟਾ ਤਾਜ਼ਾ ਸੀ, ਮਾਲਕ ਚ ਖਾਣ, ਅੱਗੇ ਇੱਕ ਮਾੜ ਚੂਜਾ ਕੁੱਤਾ ਉਹਨੂੰ ਟੱਕਰ ਗਿਆ, ਕਹਿੰਦਾ ਓਏ ਤੂੰ ਬਿਲਕੁਲ ਸੁੱਕਿਆ ਸੜਿਆ ਹੈ। ਮੈਂ ਦੇਖ ਕਿੰਨਾ ਮੋਟਾ, ਕਿ ਤੂੰ ਕਿੱਥੋਂ ਹੈ? ਕਹਿੰਦਾ ਮੈਨੂੰ ਉਸ ਮਾਲਕ ਨੇ ਰੱਖਿਆ ਹੋਇਆ। ਅੱਛਾ, ਉਹ ਤੈਨੂੰ ਬੰਨ੍ਹ ਕੇ ਰੱਖਦਾ ਹੈ? ਕਹਿੰਦਾ ਹਾਂ, ਤਾਂ ਕਹਿੰਦਾ ਮੈਨੂੰ ਤੇਰੇ ਵਰਗੇ ਮੋਟਾ ਹੋਣ ਦੀ ਲੋੜ ਨਹੀਂ, ਮੈਂ ਮਾੜ ਚੂ ਹੀ ਠੀਕ ਹਾਂ, ਖੁੱਲ੍ਹਾ ਤੇ ਹਾਂ। ਕਹਿੰਦੀ ਮੈਨੂੰ ਗੁਲਾਮੀ, ਤੂੰ ਤਾਂ ਗੁਲਾਮ ਹੈ, ਆਪਣੇ ਮਾਲਕ ਤੋਂ ਬਿਨਾਂ ਤੂੰ ਕੁਛ ਕਰ ਹੀ ਨਹੀਂ ਸਕਦਾ ਹੈ। ਉਹੀ ਕੁੱਤੇ ਜਦੋਂ ਸਦੀਆਂ ਤੱਕ ਗੁਲਾਮ ਰਹਿੰਦੇ, ਭੁੱਲ ਹੀ ਜਾਂਦਾ ਸੀ ਗੁਲਾਮ। ਉਹ ਪਸ਼ੂ ਜਿਹੜੇ ਇਸ ਤਰ੍ਹਾਂ ਸਾਸ ਬੰਨ੍ਹ ਲੈਣੇ, ਉਹਨੇ ਭੁੱਲ ਹੀ ਗਿਆ ਕਿ ਅਸੀਂ ਗੁਲਾਮ ਹਾਂ। ਐਂ 700 ਸਦੀਆਂ ਤੱਕ ਗੁਲਾਮ ਸਨ, ਭੁੱਲ ਹੀ ਗਿਆ ਸੀ ਗੁਲਾਮ, ਭੁੱਲ ਹੀ ਗਿਆ। ਜਦੋਂ ਸਾਡੇ ਲੀਡਰਾਂ ਨੇ ਆਜ਼ਾਦੀ ਮੰਗਣੀ ਸ਼ੁਰੂ ਕੀਤੀ, ਜਿਨ੍ਹਾਂ ਦੀ ਸੀ ਗੁਲਾਮੀ ਇੰਨੀ ਦਿਮਾਗ 'ਚ ਭਰੀ ਹੋਈ ਸੀ, ਜਿਨ੍ਹਾਂ ਨੂੰ ਆਜ਼ਾਦੀ ਦੀ ਸਮਝ ਹੀ ਨਹੀਂ ਸੀ, ਉਹਨਾਂ ਜਾ ਕੇ ਪੁਲਿਸ ਨੂੰ ਦੱਸਣਾ ਸ਼ੁਰੂ ਕਰਤਾ। ਸਾਡੇ ਪਿੰਡ 'ਚ ਇੱਕ ਹੈ ਜੀ, ਉਹ ਆਜ਼ਾਦੀ ਮੰਗਦਾ, ਪੁਲਿਸ ਨੇ ਫੜ ਕੇ ਲੈ ਜਾਣਾ। ਜਦ ਆਜ਼ਾਦੀ ਮਿਲ ਗਈ ਫਿਰ ਅਕਲ ਆਈ, ਇਸ 'ਤੇ ਪਾਪ ਹੀ ਕਰਦੇ ਰਹੇ, ਇਹ ਤਾਂ ਸਾਡੇ ਫਾਇਦੇ ਲਈ ਮੰਗ ਰਹੇ ਸਨ, ਇਹ ਤਾਂ ਸਾਡੇ ਫਾਇਦੇ ਲਈ ਮੰਗ ਰਹੇ ਸਨ। ਉਹਨਾਂ ਆਜ਼ਾਦੀ ਕਿਉਂ ਮੰਗਣੀ ਸ਼ੁਰੂ ਕੀਤੀ? ਕਿਉਂਕਿ ਉਹ ਅਮੀਰ ਸਨ ਅਤੇ ਇੰਗਲੈਂਡ ਪੜ੍ਹਨ ਚਲੇ ਗਏ। ਉਹ ਕੋਈ LLB ਕਰਨ ਚਲੇ ਗਿਆ, ਕੋਈ ਉੱਚੀ ਪੜ੍ਹਾਈ ਲਈ ਚਲੇ ਗਿਆ, ਜਿਵੇਂ ਨਹਿਰੂ ਵਰਗੇ, ਮਹਾਤਮਾ ਗਾਂਧੀ, ਸਾਰੇ ਬਾਹਰ ਹੀ ਪੜ੍ਹੇ ਸਨ। ਜਦੋਂ ਉਹਨਾਂ ਦੇਖਿਆ ਵੀ ਉਹ ਵੀ ਕਮਾਲ ਹੈ, ਇਹ ਤਾਂ ਮੌਜਾਂ ਕਰਦੇ, ਖੁੱਲ੍ਹੇ, ਅਸੀਂ ਤਾਂ ਗੁਲਾਮ ਹਾਂ, ਸਾਡੀ ਜ਼ਿੰਦਗੀ ਤਾਂ ਨਰਕ ਬਣ ਗਈ ਹੈ। ਉਹਨਾਂ ਨੇ ਆ ਕੇ ਆਜ਼ਾਦੀ ਮੰਗਣੀ ਸ਼ੁਰੂ ਕਰ ਦਿੱਤੀ। ਸਾਡੇ ਲੋਕਾਂ ਨੂੰ ਗਿਆਨ ਨਹੀਂ ਸੀ, ਸਦੀਆਂ ਤੱਕ ਗੁਲਾਮ ਰਹਿਣ ਕਰਕੇ ਸਾਨੂੰ ਭੁੱਲ ਹੀ ਗਿਆ ਕਿ ਅਸੀਂ ਗੁਲਾਮ ਹਾਂ। ਇਸ ਲਈ ਅਸੀਂ ਉਹਨਾਂ ਦੀ ਵਿਰੋਧਤਾ ਕਰਦੇ ਰਹੇ, ਉਹਨਾਂ ਦੀ ਸਪੋਰਟ ਨਹੀਂ ਕੀਤੀ, ਵਿਰੋਧਤਾ ਕਰਦੇ ਰਹੇ। ਆਹ ਜਿਹੜੇ ਨੇ ਸਰਕਸਾਂ ਵਾਲੇ, ਇਹ ਸ਼ੇਰ ਦੇ ਛੋਟੇ ਬੱਚਿਆਂ ਨੂੰ ਲੈ ਆਉਂਦੇ ਨੇ, ਉਹਨਾਂ ਨੂੰ ਪਾਲਦੇ ਨੇ, ਕੁਝ ਸਾਲਾਂ 'ਚ ਉਹਨਾਂ ਨੂੰ ਭੁਲਾ ਹੀ ਦਿੰਦੇ ਨੇ ਕਿ ਤੁਸੀਂ ਸ਼ੇਰ ਹੋ, ਉਹਨੂੰ ਭੁਲਾ ਹੀ ਦਿੰਦੇ ਤੁਸੀਂ ਸ਼ੇਰ ਹੋ। ਇੱਕੋ ਵਾਰੀ ਮੈਂ ਸਰਕਸ ਵੇਖੀ, ਪਰ ਉਸ ਦੇ ਵਿੱਚ ਮੈਂ ਬਹੁਤ ਕੁਛ ਨੋਟ ਕੀਤਾ। ਲਓ ਜੀ, ਇੱਕ ਟੁੱਟਿਆ ਜਿਹਾ ਬੰਦਾ 5 ਫੁੱਟ ਦਾ ਮਸਾ ਹੋਣਾ, ਇੱਕ ਛਾਂਟਾ ਜਿਹਦੇ ਕੋਲੇ ਹੈ, ਉਹ ਸ਼ੇਰ ਨੂੰ ਕਹਿ ਰਿਹਾ, ਇਸ਼ਾਰਾ ਕਰਦਾ, ਇਸ ਮੇਜ਼ ਦੇ ਉੱਤੇ ਬੈਠ। ਸ਼ੇਰ ਟਪੂਸੀ ਮਾਰ ਕੇ ਮੇਜ਼ 'ਤੇ ਬੈਠ ਜਾਂਦਾ, ਉਹਨੂੰ ਇਸ਼ਾਰਾ ਕਰਦਾ, ਆਹ ਲੋਹੇ ਦਾ ਜੰਗਲਾ ਹੈ, ਇਹਦੇ ਆਲੇ ਦੁਆਲੇ ਰਸੇ ਲੀਰਾਂ ਬੰਨੀਆਂ, ਇਹਨੂੰ ਅੱਗ ਲੱਗੀ ਹੋਈ ਹੈ, ਇਹਦੇ ਵਿੱਚੋਂ ਦੀ ਛਾਲ ਮਾਰ। ਅਤੇ ਸ਼ੇਰ ਉਹਦੇ ਵਿੱਚੋਂ ਦੀ ਛਾਲ ਮਾਰ ਰਿਹਾ। ਮੈਂ ਕਿਹਾ ਓਹੋ ਜੈਮਲ ਸਿੰਘ, ਕਿਉਂਕਿ ਮੈਂ ਇਤਿਹਾਸ ਦਾ ਵਿਦਿਆਰਥੀ ਸੀ, ਮੈਂ ਜੈਮਲ ਸਿੰਘ, ਇਹ ਸ਼ੇਰ ਨੂੰ ਨਾ ਇਹਨਾਂ ਨੇ ਭੁਲਾ ਹੀ ਦਿੱਤਾ, ਤੂੰ ਸ਼ੇਰ, ਜਿਵੇਂ ਸਾਨੂੰ ਵਿਦੇਸ਼ੀਆਂ ਨੇ ਭੁਲਾ ਹੀ ਦਿੱਤਾ ਕਿ ਤੁਸੀਂ ਬੰਦੇ ਹੋ। ਮੈਂ ਦੇਖੋ ਭੁਲਾ ਦਿੱਤਾ। ਜੇ ਕਿਤੇ ਸ਼ੇਰ ਨੂੰ ਪਤਾ ਲੱਗ ਜੇ ਮੈਂ ਸ਼ੇਰ ਹਾਂ, ਇੱਕ ਮਾਰੇ ਨਾ ਭਵਕ, ਅੱਧਿਆਂ ਨੇ ਕੁਰਸੀਆਂ ਤੋਂ ਪਿੱਛੇ ਹੀ ਡਿੱਗ ਪੈਣਾ, ਜਿਹੜੇ ਸਰਕਸ ਵੇਖਦੇ ਭੱਜ ਜਾਣਗੇ, ਸ਼ੇਰ ਖੁੱਲ੍ਹ ਗਿਆ, ਸ਼ੇਰ ਖੁੱਲ੍ਹ ਗਿਆ, ਅੱਧਾ ਜਮਨਾ ਨਗਰ ਬੰਦ ਹੋ ਜਾਏਗਾ। ਪਰ ਇਹਨੂੰ ਭੁੱਲ ਗਿਆ ਹੈ ਮੈਂ ਸ਼ੇਰ ਹਾਂ। ਸਾਨੂੰ ਸੈਂਕੜੇ ਸਾਲ ਗੁਲਾਮ ਰਹਿ ਕੇ ਭੁੱਲ ਹੀ ਗਿਆ ਕਿ ਅਸੀਂ ਬੰਦੇ ਹਾਂ। ਅਸੀਂ ਆਪਣੇ ਆਪ ਨੂੰ ਬੰਦੇ ਸਮਝਣਾ ਹੀ ਬੰਦ ਕਰ ਦਿੱਤਾ ਹੈ। ਉਹ ਤਾਂ ਭਲਾ ਹੋਵੇ ਉਹਨਾਂ ਪੜ੍ਹੇ ਲਿਖੇ ਲੋਕਾਂ ਦਾ, ਜੇ ਇੱਕ ਬੰਦੇ ਨੇ ਕਦੇ ਪਰੌਂਠਾ ਖਾਧਾ ਹੀ ਨਹੀਂ,
ਤੇ ਮਾਂ ਸੁੱਕੀ ਰੋਟੀ ਦੇ ਕੇ ਕਹੇ ਪੁੱਤਰਾ ਪਰੌਂਠਾ ਖਾ ਲੈਣ ਤੇ ਉਹਨੂੰ ਪਰੌਂਠਾ ਸਮਝ ਕੇ ਖਾਈ ਜਾਣਾ। ਜਦੋਂ ਕਿਸੇ ਦੇ ਘਰ ਜਾ ਕੇ ਪਰੌਂਠਾ ਖਾਏਗਾ ਨਾ ਫਿਰ ਪਤਾ ਲੱਗੇਗਾ ਪਰੌਂਠਾ ਕੀ ਹੁੰਦਾ ਤੇ ਮੇਰੀ ਦੂਜੀ ਰੋਟੀ ਕਿਹੜੀ ਹੈ। ਕ੍ਰਿਸ਼ਨ ਭਗਵਾਨ ਦਾ ਦੋਸਤ ਸੁਦਾਮਾ ਗਰੀਬ ਹੈ, ਕ੍ਰਿਸ਼ਨ ਮਹਾਰਾਜ ਅਮੀਰ ਨੇ, ਦੋਨੋਂ ਦੋਸਤ ਨੇ, ਇਕੱਠੇ ਪੜ੍ਹਨ ਜਾਂਦੇ ਨੇ, ਇਕੱਠੇ ਪੜ੍ਹਨ ਜਾਂਦੇ। ਕ੍ਰਿਸ਼ਨ ਮਹਾਰਾਜ ਪਹਿਲਾਂ ਆ ਜਾਂਦੇ ਨੇ, ਸੁਦਾਮੇ ਨਾਲ ਲੈ ਕੇ ਸਕੂਲ ਚਲੇ ਜਾਂਦੇ ਨੇ। ਇੱਕ ਦਿਨ ਕ੍ਰਿਸ਼ਨ ਮਹਾਰਾਜ ਲੇਟ ਹੋ ਗਏ, ਸੁਦਾਮੇ ਦੀ ਮਾਂ ਨੇ ਦੁੱਧ ਪਿਲਾਇਆ ਅਤੇ ਉਹ ਕ੍ਰਿਸ਼ਨ ਮਹਾਰਾਜ ਦੇ ਘਰ ਚਲੇ ਗਏ ਵੀ ਚਲੋ ਉਹਨੂੰ ਸੱਦ ਲੈਣਾ। ਅੱਗੋਂ ਕ੍ਰਿਸ਼ਨ ਮਹਾਰਾਜ ਦੁੱਧ ਪੀ ਰਹੇ ਸੀ, ਕ੍ਰਿਸ਼ਨ ਮਹਾਰਾਜ ਦੀ ਮਾਂ ਕਹਿੰਦੇ ਵੇ ਸੁਦਾਮੇ ਤੂੰ ਵੀ ਦੁੱਧ ਪੀ ਲੈ। ਕਹਿੰਦਾ ਨਹੀਂ ਨਹੀਂ ਮੈਂ ਤਾਂ ਪੀ ਕੇ ਆਇਆ। ਚਾ ਪੀ ਲੈ 2 ਘੁੱਟ। ਹਾਲ ਕਹਿੰਦੇ ਵੀ ਜਦੋਂ ਦੁੱਧ ਪੀਤਾ ਮਾਂ ਨੂੰ ਆ ਕੇ ਕਹਿੰਦਾ ਮਾਂ ਸੱਚੋ ਸੱਚਦਾ ਤੂੰ ਮੈਨੂੰ ਕੀ ਪਿਲਾਉਂਦੀ ਰਹੀ ਹੈ? ਕਹਿੰਦਾ ਤੈਨੂੰ ਕੀ ਹੋ ਗਿਆ? ਕਹਿੰਦੇ ਅੱਜ ਮੈਂ ਦੁੱਧ ਕ੍ਰਿਸ਼ਨ ਮਹਾਰਾਜ ਦੇ ਘਰ ਪੀਤਾ ਹੈ। ਕਹਿੰਦੀ ਬਸ ਠੀਕ ਹੈ ਹੁਣ। ਨਹੀਂ ਤਾਂ ਵਿਚਾਰੀ ਕੀ ਕਹਿੰਦੀ ਚੌਲ ਰਾਤ ਨੂੰ ਭਿਉਂ ਦਿੰਦੀ ਸੀ, ਸਵੇਰੇ ਪਾਣੀ ਯਾਦ ਨਾ ਉਹ ਕੱਚੀ ਲੱਸੀ ਵਰਗਾ ਉਹਦੇ ਉੱਤੇ ਹੁੰਦੇ, ਬਸ ਉਹ ਗਰਮ ਕਰਕੇ ਮਿੱਠਾ ਪਾ ਕੇ ਖਵਾ ਕੇ ਧੋ ਲੈ ਪੁੱਤ ਦੁੱਧ ਪੀ ਲੈ। ਇਹ ਹਾਲ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਜੈਸੇ ਗੋਇਲ ਗੋਇਲੀ ਤੈਸੇ ਸੰਸਾਰ। ਜਿਵੇਂ ਕੋਈ ਚਰਵਾਹਾ ਕਿਸੇ ਚਰਾਂਦ ਵਿੱਚ ਆ ਕੇ ਡੰਗਰ ਚਾਰਦਾ ਹੈ ਪਰ ਉੱਥੇ ਬਹੁਤੀ ਦੇਰ ਨਹੀਂ ਹੋ ਰਹਿ ਸਕਦਾ, ਇਸੇ ਤਰ੍ਹਾਂ ਇਹ ਸੰਸਾਰ ਹੈ। ਅਸੀਂ ਵੀ ਇਸ ਸੰਸਾਰ 'ਚ ਬਹੁਤੀ ਦੇਰ ਨਹੀਂ ਰਹਿ ਸਕਦੇ। ਕਿਉਂ? ਜਦੋਂ ਘਾਹ ਮੁੱਕ ਗਿਆ ਉਹਨੇ ਡੰਗਰਾਂ ਨੂੰ ਹੋਰ ਥਾਂ 'ਤੇ ਲੈ ਜਾਣਾ ਹੈ, ਇੱਕ ਥਾਂ 'ਤੇ ਨਹੀਂ ਰਹਿਣਾ। ਐਂ ਹੀ ਇਹ ਸੰਸਾਰ ਹੈ, ਅਸੀਂ ਵੀ ਸਦਾ ਇੱਥੇ ਨਹੀਂ ਰਹਿਣਾ। ਕੂੜ ਕਮਾਵੇਂ ਆਦਮੀ ਬਾਂਧੇ ਘਰ ਬਾਰ। ਮਨੁੱਖ ਨਾ ਬੜੇ ਵੱਡੇ ਵੱਡੇ ਘਰ ਬਣਾ ਰਿਹਾ ਹੈ ਵੀ ਮੈਂ ਸਦਾ ਇੱਥੇ ਰਹਿਣਾ ਹੈ। ਉਹ ਨਹੀਂ ਕਮਲਾ ਤੂੰ ਤੇ ਚਿਰਾਂਦ ਦੀ ਤਰ੍ਹਾਂ ਹੈ ਤੇ ਇੱਥੇ ਤੋਂ ਤੁਰ ਜਾਣਾ ਹੈ, ਇੱਥੇ ਸਦਾ ਨਹੀਂ ਤੂੰ ਰਹਿਣਾ। ਕੂੜ ਕਮਾਵੇਂ। ਇਸ ਲਈ ਕਹਿੰਦੇ ਘਰ ਬਾਰ ਵੱਡੇ ਵੱਡੇ ਬਣਾਉਣ ਲਈ ਕਿੰਨੇ ਮਾੜੇ ਕਰਮ ਕਰਦਾ ਰਹਿੰਦਾ ਹੈ ਜਦੋਂ ਇੱਥੇ ਸਦਾ ਰਹਿਣੀ ਨਹੀਂ ਹੈਗਾ। ਹਮ ਆਦਮੀ ਹਾਂ ਇੱਕ ਦਮੀ, ਦਮ ਸਾਹ ਨੂੰ ਕਹਿੰਦੇ ਨੇ। ਸਵਾਸ ਆਇਆ ਆਦਮੀ, ਸਵਾਸ ਨਾ ਆਇਆ ਖਤਮ। ਇਸ ਲਈ ਪਰ ਸੈ ਵਰਿਆਂ ਕੀ ਪਿੜ ਬੱਧੀ। ਬੰਦਾ ਇਸ ਤਰ੍ਹਾਂ ਪ੍ਰਬੰਧ ਕਰਦਾ ਮੈਂ 100 ਸਾਲ ਜਿਉਣਾ ਹੈ, ਪਤਾ ਨਹੀਂ ਫੂਕ ਕਿਸੇ ਵੇਲੇ ਨਿਕਲ ਜਾਣੀ ਹੈ। ਇਸ ਲਈ ਕਹਿੰਦੇ ਇਹ ਵੱਡੇ ਵੱਡੇ ਘਰ ਬਾਰ ਬਣਾਉਣ 'ਚ ਲੱਗਾ ਹੋਇਆ ਹੈ, ਕੂੜ ਦੀ ਕਮਾਈ ਕਰਦਾ ਹੈ। ਜਾਗੋ ਜਾਗੋ ਸੂਤਿਓ ਚੱਲਿਆ ਬਣਜਾਰਾ। ਇਹ ਮਨੁੱਖ ਤੇ ਬਣਜਾਰੇ ਦੀ ਤਰ੍ਹਾਂ ਜੇ ਵਪਾਰੀ ਆਇਆ ਅਤੇ ਚਲਿਆ ਗਿਆ। ਹੇ ਸੁੱਤੇ ਇਨਸਾਨੋ, ਸੁੱਤੇ ਤਾਂ ਇਹ ਨਹੀਂ ਜਿਵੇਂ ਰਾਤ ਨੂੰ ਸੁੱਤੇ ਨਾ। ਹੇ ਅਗਿਆਨੀਓ, ਹੇ ਗਾਫਲੋ, ਕਹਿੰਦੇ ਉੱਠੋ, ਇੱਕ ਵਣਜਾਰਾ ਜਾ ਰਿਹਾ, ਤੁਸੀਂ ਵੀ ਜਾਣਾ। ਸਭਨੀ ਸਹੁਰੇ ਵੰਜਨ ਸਭ ਮੁਕਲਾ ਵਨਹਾਰ। ਰਹਾਓ ਨੀਤ ਨੀਤ ਘਰ ਬਾਂਧੀਆਂ ਜੇ ਰਹਿਣਾ ਹੋਈ। ਨੀਤ ਹੁੰਦਾ ਹਮੇਸ਼ਾ। ਕਹਿੰਦੇ ਹਮੇਸ਼ਾ ਰਹਿਣ ਵਾਲੇ ਘਰ ਤੇ ਤਾਂ ਬਣਾਈਏ ਜੇ ਉਹਦੇ ਨਾਲ 'ਚ ਹਮੇਸ਼ਾ ਰਹਿਣਾ ਹੋਵੇ। ਇੱਥੇ ਤਾਂ ਰਹਿਣੀ ਥੋੜ੍ਹੀ ਦੇਰ ਹੈ। ਪਿੰਡ ਪਵੈ ਜੀਓ ਚਲਸੀ ਜੇ ਜਾਣਾ ਕੋਈ। ਕਹਿੰਦੇ ਜਦੋਂ ਜਿੰਦ ਵਿੱਚੋਂ ਨਿਕਲ ਕੇ ਚਲੀ ਜਾਂਦੀ ਹੈ ਪਿੰਡੇ ਸਰੀਰ ਟਹਿ ਢੇਰੀ ਹੋ ਜਾਂਦਾ। ਇਹ ਸਰੀਰ ਟਹਿ ਢੇਰੀ ਹੁੰਦਾ, ਜਿੰਦ ਵਿੱਚੋਂ ਨਿਕਲ ਜਾਂਦੀ ਹੈ। ਇਸ ਤਰ੍ਹਾਂ ਹੀ ਹੈ। ਸੋ ਸਤਿਕਾਰਯੋਗ ਸਾਥ, ਹੁਣ ਮਿੰਟ ਰਹਿ ਗਏ 10। ਬਾਕੀ ਕਥਾ ਵਾਰਤਾ ਹੋਏਗੀ ਕੱਲ੍ਹ ਨੂੰ। ਹੁਣ ਆਪਾਂ 10 ਮਿੰਟ ਸਿਮਰਨ ਕਰਾਂਗੇ। ਉਹ 5 ਮਿੰਟ ਦੀ ਵੀਡੀਓ ਬਣਾ ਲੈਣ ਘੁਮਾ ਕੇ, ਤੇਰਾ ਇੱਥੇ ਚੱਲਦਾ ਰਹੇਗਾ। ਉਹਨੂੰ ਇਹਨੂੰ ਵੀ 5 ਮਿੰਟ ਘੁਮਾ ਲਈ। ਉਹ ਜਿਹੜਾ ਅੱਡ ਹੈ ਉਹ ਅੱਡ ਤਿਆਰ ਕਰ ਲਓ। ਹਾਂਜੀ, ਚੌਂਕੜੀਆਂ ਮਾਰੋ, ਆਪਣੀਆਂ ਪੋਥੀਆਂ ਬੰਦ ਕਰੋ, ਦੋਨੋਂ ਹੱਥ ਮਿਲਾਓ ਆਪਸ 'ਚ। ਕੋਸ਼ਿਸ਼ ਕਰੋ ਤੁਹਾਡੀ ਜਿਹੜੀ ਲੱਤਾਂ ਨੇ, ਪੈਰ ਨੇ, ਸਰੀਰ ਦੇ ਜ਼ਿਆਦਾ ਨੇੜੇ ਹੋਣ ਤਾਂ ਜੋ ਤੁਸੀਂ ਸਿੱਧੇ ਹੋ ਜਾਓ।
ਹੱਥ ਜਿਹੜੇ ਨੇ ਢਿੱਡ ਦੇ ਨਾਲ ਲਾ ਲੈਣੇ, ਫਿਰ ਤੁਸੀਂ ਸਿੱਧੇ ਹੋ ਜਾਓਗੇ। ਕਿਉਂਕਿ ਜਿਹੜਾ ਉਂਝ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਤਾਂ ਜਿਵੇਂ ਮਰਜ਼ੀ ਕਰੀ ਜਾਓ, ਉਹ ਚਾਹੇ ਲੇਟੇ ਕਰੀ ਜਾਓ, ਬੈਠੇ ਕਰੀ ਜਾਓ, ਜੇ ਮਰਜ਼ੀ ਕਰੋ। ਪਰ ਜਦੋਂ ਸਵਾਸਾਂ ਦੇ ਨਾਲ ਸਿਮਰਨ ਕਰਨਾ ਹੈ ਤਾਂ ਪ੍ਰਾਣਾਯਾਮ ਦਾ ਮੁੱਢਲਾ ਨਿਯਮ ਹੈ ਕਿ ਤੁਸੀਂ ਬਿਲਕੁਲ ਸਿੱਧੇ ਬਹਿਣਾ, ਤਾਂ ਸਵਾਸ ਨੂੰ ਆਉਂਦਿਆਂ ਜਾਂਦਿਆਂ ਕੋਈ ਰੁਕਾਵਟ ਨਾ ਪਵੇ। ਇਸ ਲਈ ਬਹੁਤੇ ਯੋਗੀਆਂ ਨੂੰ ਤੁਸੀਂ ਦੇਖਿਓ, ਜਾਂ ਜਿਨ੍ਹਾਂ ਬੜੇ ਸਾਲ ਇਸ ਤਰੀਕੇ ਨਾਲ ਸਿਮਰਨ ਕਰਦਿਆਂ ਹੋ ਗਏ, ਉਹ ਪਦਮ ਆਸਣ 'ਚ ਬਹਿੰਦੇ ਨੇ, ਉਹ ਚੌਂਕੜੀ ਨਹੀਂ ਮਾਰਦੇ। ਜਿਵੇਂ ਕੱਲ੍ਹ ਤੁਹਾਨੂੰ ਦੱਸਿਆ ਸੀ, ਖੱਬੀ ਲੱਤ ਸੱਜੇ ਪੱਟ 'ਤੇ ਰੱਖ ਲੈਣੀ, ਸੱਜੀ ਲੱਤ ਖੱਬੇ ਪੱਟ 'ਤੇ ਰੱਖ ਲੈਣੀ, ਫਿਰ ਤੁਸੀਂ ਵਿੰਗੇ ਹੋ ਹੀ ਨਹੀਂ ਸਕਦੇ, ਤੁਸੀਂ ਐਂ ਹੀ ਹੋ ਜਾਓਗੇ ਆਪਣੇ ਆਪ ਹੀ, ਆਪਣੇ ਆਪ ਹੀ ਤੁਸੀਂ ਸਿੱਧੇ ਹੋ ਜਾਓ। ਖੈਰ, ਹਾਂ, ਤਾਂ ਮੈਂ ਹੱਸ ਰਿਹਾ ਸੀ ਕਿ ਸਾਡਾ ਅਭਿਆਸ ਨਹੀਂ ਹੈ। ਜਿਹੜੇ ਬੱਚੇ ਨੇ ਇਹ ਕਰ ਸਕਦੇ ਨੇ, ਇਹ ਲਚਕ ਹੁੰਦੀ ਹੈ। ਵੱਡਿਆਂ ਦੀਆਂ ਹੱਡੀਆਂ ਸਖਤ ਹੋ ਜਾਂਦੀਆਂ, ਕਿਤੇ ਕੜਕ ਕਰਕੇ ਹੱਡੀ ਨਾਲ ਕੁਚਲਾ ਲਿਓ, ਖਿਆਲ ਰੱਖਿਓ ਆਪਣਾ, ਕਿਤੇ ਕਹੋ ਬਾਬਾ ਜੀ ਤੁਸੀਂ ਸਾਪਾ ਖੜਾ ਕਰਤਾ ਸਾਡੇ ਲਈ, ਤਾਂ ਹੈ। ਲੋ ਹੁਣ ਸ਼ੁਰੂ ਕਰਦੇ ਆਪਾਂ, ਗੁਰੂ ਬਾਰੇ ਭਲੀ ਕਰ। ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਬੋਲੋ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।